हाँ जी, सਤਿ ਸ਼੍ਰੀ ਅਕਾਲ। मैं मनप्रीत कौर ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਸਵਾਗਤ ਕਰਦੀ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਥਿਊਰੀ ਕਲਾਸਾਂ ਨੂੰ ਵਿਸਥਾਰ ਦੇ ਵਿੱਚ ਪੜ੍ਹ ਰਹੇ ਹਾਂ, ਚਾਹੇ ਉਹ ਪੇਡ ਕਲਾਸ ਦੀ ਗੱਲ ਕਰ ਰਹੇ ਹੋਈਏ ਅਤੇ ਉੱਥੇ ਆਪਾਂ YouTube 'ਤੇ ਵੀ ਕੁਝ ਜਿਹੜੀਆਂ ਕਲਾਸਾਂ ਨੇ ਥਿਊਰੀ ਦੀਆਂ ਬਹੁਤ ਥੋੜ੍ਹੀਆਂ ਬਟ ਕੁਝ ਆਪਾਂ ਜਿਹੜੇ ਕਨਸੈਪਟ ਨੇ ਥਿਊਰੀ ਦੇ ਸੱਭਿਆਚਾਰ ਦੇ ਜਿਹੜੇ ਔਖੇ ਨੇ ਉਹ ਆਪਾਂ YouTube ਦੇ ਉੱਪਰ ਵੀ ਤੁਹਾਨੂੰ ਜਿਹੜੇ ਹੈਗੇ ਨੇ ਲਗਾ ਦਿੱਤੇ ਆ ਜਾਂ ਤੁਹਾਨੂੰ ਸਮਝਾ ਦਿੱਤੇ। ਵੈਸੇ ਸੱਭਿਆਚਾਰ ਦੇ ਵਿੱਚ ਸਮਝਣ ਵਾਲੀ ਕੋਈ ਵੀ ਗੱਲ ਨਹੀਂ ਹੁੰਦੀ, ਬਸ ਸੱਭਿਆਚਾਰ ਦੇ ਵਿੱਚ ਇੱਕ ਵਾਰੀ ਆਪਾਂ ਨਿਗਾਹ ਮਾਰਨੀ ਹੁੰਦੀ ਹੈ ਕਿ ਕਿਹੜੀਆਂ ਚੀਜ਼ਾਂ ਕਿਸ ਟੌਪਿਕ ਦੇ ਵਿੱਚ ਆਉਣੀਆਂ। ਸੋ ਸੱਭਿਆਚਾਰ ਦੋ ਸ਼ਬਦਾਂ ਤੋਂ ਮਿਲ ਕੇ ਬਣਦਾ ਹੈ, ਸੱਭਿਆ ਪਲੱਸ ਆਚਾਰ, ਇਸ ਨੂੰ ਧਿਆਨ ਦੇ ਵਿੱਚ ਰੱਖਿਓ। ਅਤੇ ਅੱਜ ਅਸੀਂ ਦੇਖਣੇ ਆ ਕੁਝ ਗਹਿਣੇ ਅਤੇ ਨਾਲ ਹੀ ਦੇਖਣੇ ਆ MCQ, ਕਿਉਂਕਿ MCQ ਕਰਨੇ ਬਹੁਤ ਜ਼ਰੂਰੀ ਹੈ ਅਤੇ ਫਿਰ ਸਾਨੂੰ ਇਹ ਟੌਪਿਕ ਜਿਹੜਾ ਹੈਗਾ ਪ੍ਰੋਪਰ ਤਰੀਕੇ ਦੇ ਨਾਲ ਕਲੀਅਰ ਹੋ ਜਾਂਦਾ। ਸੋ ਜਿਸ ਵੀ ਵਿਦਿਆਰਥੀ ਨੇ ਕੁਆਲੀਫਾਈ ਪੇਪਰ A ਨੂੰ ਵਿਸਥਾਰ ਦੇ ਵਿੱਚ ਪੜ੍ਹਨਾ ਹੋਵੇ, ਜਿਸ ਦੇ ਵਿੱਚ ਆਪਾਂ ਸੱਭਿਆਚਾਰ ਦੇ ਹਰ ਟੌਪਿਕ ਨੂੰ ਵਿਸਥਾਰ ਦੇ ਨਾਲ ਪੜ੍ਹਿਆ, ਚਾਹੇ ਉਹ ਲੋਕ ਗੀਤਾਂ ਦੀ ਗੱਲ ਹੋਵੇ ਅਤੇ ਚਾਹੇ ਉਹ ਲੋਕ ਨਾਚ ਜਾਂ ਫਿਰ ਹੋਰ ਜਿਹੜੇ ਸ਼ਬਦਾਵਲੀ ਲਗਾ ਲਓ ਸੱਭਿਆਚਾਰ ਦੇ ਵਿੱਚ ਵਰਤੀ ਜਾਂਦੀ, ਉਹਨਾਂ ਸਾਰਿਆਂ ਨੂੰ ਆਪਾਂ ਵਿਸਥਾਰ ਦੇ ਵਿੱਚ ਥਿਊਰੀ ਕਲਾਸਾਂ ਦੇ ਵਿੱਚ ਪੇਡ ਕਲਾਸ ਦੇ ਵਿੱਚ ਆਪਾਂ ਕਰ ਚੁੱਕੇ ਹਾਂ। ਅਤੇ ਅੱਜ ਆਪਾਂ ਕਰ ਰਹੇ ਹਾਂ MCQ ਇਹਨਾਂ ਦੇ ਗਹਿਣਿਆਂ ਦੇ। ਪਰ ਗਹਿਣਿਆਂ ਦੇ MCQ ਕਰਨ ਤੋਂ ਪਹਿਲਾਂ ਇੱਕ ਵਾਰੀ ਦਿਮਾਗ ਦੇ ਵਿੱਚ ਭਾਲੋ ਕਿ ਕਿਹੜੇ ਗਹਿਣੇ ਕਿਸ ਅੰਗ ਦੇ ਵਿੱਚ ਪਾਏ ਜਾਂਦੇ ਆ। ਅਤੇ ਸਾਡਾ ਜਿਹੜਾ ਗਹਿਣੇ ਹੈ ਟੌਪਿਕ, ਇਹ ਪਹਿਰਾਵੇ ਦੇ ਵਿੱਚ ਆਉਂਦਾ ਹੈ, ਲੋਕ ਪਹਿਰਾਵਾ, ਜਿਸ ਦੇ ਵਿੱਚ ਅਸੀਂ ਫੁਲਕਾਰੀ ਦੀਆਂ ਜਿਹੜੀਆਂ ਕਿਸਮਾਂ ਨੇ ਉਹਨਾਂ ਨੂੰ ਵੀ ਪੜ੍ਹਦੇ ਹਾਂ ਵਿਸਥਾਰ ਦੇ ਵਿੱਚ, ਜੋ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ। ਪੰਜਾਬਣਾਂ ਦੇ ਗਹਿਣਿਆਂ ਦੇ ਵਿੱਚ ਜੇਕਰ ਆਪਾਂ ਗੱਲ ਕਰਨੀ ਹੋਵੇ ਤਾਂ ਸਿਰ 'ਤੇ ਪਹਿਨੇ ਜਾਣ ਵਾਲੇ ਗਹਿਣੇ ਸਭ ਤੋਂ ਪਹਿਲਾਂ ਆਉਂਦੇ ਆ, ਜਿਸ ਦੇ ਵਿੱਚ ਸੱਗੀ ਫੁੱਲ, ਬਘਿਆੜੀ, ਟਿੱਕਾ, ਸ਼ਿੰਗਾਰ ਪੱਟੀ, ਚੌਂਕ ਚੰਦ, ਬੋਰਲਾ, ਝੁੰਮਰ ਸੂਈ, ਝੁੰਮਰ, ਚਿੜਾ, ਸ਼ੰਗਲੀ, ਫੁੱਲ ਠੂਠੀ, ਇਹ ਵਾਲੇ ਗਹਿਣੇ ਜਿਹੜੇ ਆ ਜਾਂਦੇ ਆ। ਕੰਨਾਂ 'ਚ ਪਹਿਨੇ ਜਾਣ ਵਾਲੇ ਗਹਿਣੇ ਬੂੰਦੇ, ਕਾਂਟੇ, ਲੋਟਣ, ਪਿੱਪਲ ਪੱਤੀਆਂ, ਤੁੰਗਲ, ਸੋਨ ਚਿੜੀਆਂ, ਬੁਝਲੀਆਂ, ਕੋਕਰੂ, ਬਾਲੀਆਂ, ਠੀਕ ਹੈ, ਝੁਮਕੇ, ਰੇਲਾਂ, ਬਹਾਦਰਨੀਆਂ, ਡੰਡਲੀਆਂ, ਮਾਮੇ ਮੁਰਕੀਆਂ, ਇਹ ਕੰਨਾਂ 'ਚ ਪਹਿਨੇ ਜਾਣ ਵਾਲੇ ਗਹਿਣੇ ਆ। ਅਤੇ ਨੱਕ ਵਿੱਚ ਪਹਿਨੇ ਜਾਣ ਵਾਲੇ ਗਹਿਣੇ ਦੇ ਵਿੱਚ ਸਾਡੇ ਕੋਲ ਨੁਕਰਾ, ਮਛਲੀ, ਨੱਥ, ਰੇਖ, ਕੋਕਾ, ਤੀਲੀ, ਲੌਂਗ, ਇਹ ਨੱਕ ਵਿੱਚ ਪਹਿਨੇ ਜਾਣ ਵਾਲੇ ਗਹਿਣੇ ਆ। ਗਲ ਦੇ ਗਹਿਣਿਆਂ ਦੀ ਗੱਲ ਕਰੀਏ ਤਾਂ ਗਲ ਦੇ ਗਹਿਣੇ ਵੀ ਪੰਜਾਬੀ ਸੱਭਿਆਚਾਰ ਦੇ ਵਿੱਚ ਪ੍ਰਚਲਿਤ ਰਹੇ ਹੈ, ਲੋਕਾਂ ਦੇ ਪਹਿਰਾਵੇ ਦੇ ਵਿੱਚ ਆਉਂਦੇ ਰਹੇ ਹੈ। ਤੰਦੀਰੇ, ਕੰਡੀ, ਮਾਲਾ, ਗਾਨੀ, ਹਾਰ, ਗੁਲੂਬੰਦ, ਇਸ ਨੂੰ ਕਹਾਂਗੇ ਗੁਲੂਬੰਦ, ਰੇਸ਼ਮੀ ਡੋਰੀ, ਜੰਜੀਰੀ, ਤਵੀਤ, ਟਿੱਕੇ, ਮਣਕੇ, ਤੱਗਾ, ਹਮੇਲ, ਚੰਪਾ ਕਲੀ, ਹੋਲਦਲੀ, ਟਿਉਂਟਾਂ ਅਤੇ ਰਾਣੀ ਹਾਰ, ਇਹ ਗਲ ਦੇ ਗਹਿਣੇ ਨੇ। ਠੀਕ ਹੈ, ਸੋ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਚੰਦਰ ਸੈਣੀ ਹਾਰ, ਚੌਂਕੀ, ਚਟਾਲਾ, ਡੋਲਣੇ, ਤਵੀਤ, ਸਿੰਘ ਤਵੀਤ, ਨੌ ਰਤਨਾ, ਇਹ ਵੀ ਗਲ ਦੇ ਗਹਿਣੇ ਨੇ। ਅਤੇ ਇਸ ਤੋਂ ਬਿਨਾਂ ਪੰਜਾਬੀ ਸੱਭਿਆਚਾਰ ਜਾਂ ਪਹਿਰਾਵੇ ਦੇ ਵਿੱਚ ਜਿਹੜੇ ਗੁੱਟ ਅੰਗ ਦੇ ਗਹਿਣੇ ਨੇ ਉਹਨਾਂ ਨੂੰ ਆਪਾਂ ਦੇਖਦੇ ਹਾਂ, ਗੋਖੜੂ, ਸਿੰਘਾੜੇ, ਲੱਛੇ, ਘੜੀ, ਚੂੜੀ, ਕੰਗਣਾ, ਠੀਕ ਹੈ, ਬੰਕਾਂ, ਚੂੜੀਆਂ, ਚੂੜਾ, ਗਜਰੇ, ਬੰਦ ਆਦਿ ਸਾਰੇ ਗੁੱਟ ਦੇ ਪਹਿਨੇ ਜਾਣ ਵਾਲੇ ਗਹਿਣੇ ਆ। ਹੱਥਾਂ ਦੇ ਉੱਪਰ ਵਾਲੇ ਪਾਸੇ ਦੇ ਗਹਿਣੇ, ਮਤਲਬ ਉੱਪਰਲੇ ਹਿੱਸੇ 'ਤੇ ਪਹਿਨੇ ਜਾਣ ਵਾਲੇ, ਰਤਨ, ਚੌਂਕ, ਹੱਥ ਫੁੱਲ, 5 ਉਂਗਲਾਂ ਆਦਿ। ਉਂਗਲਾਂ ਦੇ ਗਹਿਣੇ, ਛਾਂਪਾਂ, ਮੁੰਦਰੀਆਂ, ਛੱਲੇ, ਕਲੀਚੜੀਆਂ। ਪੈਰਾਂ ਦੇ ਗਹਿਣੇ, ਪਟੜੀਆਂ, ਜੰਜੀਰੀਆਂ, ਵਾਲੇ, ਲੱਛੇ, ਗੁਸਲ ਪੱਟੀ, ਸ਼ਕੁੰਤਲਾ ਚੈਨ, ਪੰਜੇਬਾਂ, ਕੁੰਡਲੀਦਾਰ ਤੋੜੇ, ਖੋਖਲੀਆਂ, ਝਾਂਜਰਾਂ ਆਦਿ। ਫਿਰ ਉੱਥੇ ਹੀ ਸਾਡੇ ਕੋਲ ਪੈਰਾਂ ਦੀਆਂ ਉਂਗਲਾਂ ਦੇ ਵਿੱਚ ਪਹਿਨੇ ਜਾਣ ਵਾਲੇ ਗਹਿਣੇ, ਬਿਛੂਏ, ਛੱਲੇ, ਗੂਠੜੇ, ਠੀਕ ਹੈ। ਕੁਝ ਹੋਰ ਗਹਿਣਿਆਂ ਦੇ ਵਿੱਚ ਸਾਡੇ ਕੋਲ ਨਾਮ ਚੇਤੇ ਵਿੱਚ ਰੱਖਿਓ, ਕਈ ਵਾਰੀ ਪੁੱਛ ਲੈਂਦੇ ਆ ਕਿ ਹੇਠ ਲਿਖਿਆਂ ਵਿੱਚੋਂ ਗਹਿਣੇ ਕਿਹੜੇ। ਵੈਸੇ ਬੱਚਿਆਂ ਦੇ ਗਹਿਣੇ ਵੀ ਆ ਜਾਂਦੇ ਆ, ਜਿਵੇਂ ਤੜਾਗੀ ਹੋ ਗਈ, ਠੀਕ ਹੈ, ਸਗਲੇ ਹੋ ਗਏ, ਨੁਕਰਾ, ਕੰਠੀ, ਚੈਨੀ, ਪੋਲੇ, ਕੜੇ, ਵੰਗਾਂ, ਘੜੀ, ਚੂੜੀ, ਤੜਾਗੀ, ਤਵੀਤੜੀਆਂ, ਨੱਤੀਆਂ, ਮਾਲਾ, ਬਿੰਦੀ, ਮੁੰਦਰਾਂ, ਮੁਰਕੀਆਂ, ਸਾਦਾ, ਬੁਜਨੀ, ਬਾਲੂ, ਡਾਡਾ, ਚੁਟਕੀ, ਬਲਾਕ ਅਤੇ ਲਟਕਣ। ਠੀਕ ਹੈ, ਸੋ ਇਸ ਤਰ੍ਹਾਂ ਸਾਰੇ ਗਹਿਣਿਆਂ ਨੂੰ ਅਸੀਂ ਧਿਆਨ ਦੇ ਵਿੱਚ ਕਰ ਚੁੱਕੇ ਹਾਂ, ਜਿੰਨੇ ਵੀ ਗਹਿਣੇ ਆ। ਪਰ ਗਹਿਣੇ ਦੇ ਜਿੱਥੋਂ ਅਸੀਂ ਵਿਸਥਾਰ ਵਿੱਚ ਪੜ੍ਹਦੇ ਹਾਂ ਗਹਿਣਿਆਂ ਨੂੰ ਜਦੋਂ, ਤਾਂ ਉੱਥੇ ਹੀ ਇਹਨਾਂ ਦੀਆਂ ਕੁਝ ਫੋਟੋਆਂ ਨੂੰ ਜੇਕਰ ਆਪਾਂ ਦੇਖ ਲਈਏ ਤਾਂ ਫਿਰ ਸਾਨੂੰ ਗਹਿਣੇ ਚੰਗੀ ਤਰ੍ਹਾਂ ਹੋਰ ਯਾਦ ਹੋ ਜਾਂਦੇ ਆ, ਕਿਉਂਕਿ ਜੇਕਰ ਆਪਾਂ ਫੋਟੋ ਨਿਗਾਹ ਥਾਣੀ ਕੱਢ ਲਈਏ ਤਾਂ ਫਿਰ ਗਹਿਣੇ ਸਾਨੂੰ ਪੇਪਰ ਦੇ ਵਿੱਚ ਇਹ ਨਹੀਂ ਵੀ ਰੱਟਾ ਮਾਰ ਕੇ ਜਾਣ ਦੀ ਲੋੜ ਨਹੀਂ, ਅਤੇ ਉਲਝ ਜਾਂਦੇ ਹੁੰਦੇ ਕਈ ਵਾਰੀ ਪੇਪਰਾਂ ਦੇ ਵਿੱਚ, ਅਤੇ ਉਲਝਣ ਦੀ ਵੀ ਲੋੜ ਨਹੀਂ ਜਦੋਂ ਅਸੀਂ ਕਿਸੇ ਗਹਿਣੇ ਦੀ ਫੋਟੋ ਵੀ ਨਾਲ ਦੇਖ ਲਈ ਹੈ। ਠੀਕ ਹੈ, ਹੁਣ ਜੁਗਣੀ ਗਹਿਣਾ ਦੇਖੋ ਵੀ, ਜੁਗਣੀ ਆ ਪਈ ਆਪਣੇ ਕੋਲੇ, ਜੁਗਣੀ
ਜੁਗਣੀ ਜਿਹੜਾ ਗਹਿਣਾ ਗਲ ਦੇ ਵਿੱਚ ਪਹਿਨਿਆ ਜਾਣ ਵਾਲਾ, ਗਰਦਨ ਦੇ ਗਹਿਣਿਆਂ ਦੇ ਵਿੱਚ ਆਉਂਦਾ ਹੈ। ਤੇ ਫਿਰ ਸਿੰਘ ਤਵੀਤ, ਹੁਣ ਸਿੰਘ ਤਵੀਤ ਨੂੰ ਯਾਦ ਕਰਨਾ ਸੌਖਾ ਹੀ ਹੈ। ਇਹਦੇ ਵਿੱਚ ਤਵੀਤ ਵਾਂਗੂ ਵੀ ਪਏ ਹੁੰਦੇ ਆ ਤੇ ਵਿੱਚ ਸਿੰਘਾਂ ਦੇ ਆਕਾਰ ਦੇ ਜਿਹੜੇ ਕੁਝ ਇਸ ਦੇ ਵਿੱਚ ਟੰਗੇ ਹੁੰਦੇ ਆ, ਜਿਸ ਕਰਕੇ ਇਸ ਨੂੰ ਸਿੰਘ ਤਵੀਤ ਕਹਿ ਦਿੱਤਾ ਜਾਂਦਾ ਹੈ। ਇਸੇ ਕਰਕੇ ਕਹਿੰਦੇ ਸਿੰਘ ਤਵੀਤ। ਮਾਲਾ ਜਿਹੜੀ ਹੁੰਦੀ ਹੈ ਇਸ ਦੇ ਵਿੱਚ, ਜਿਵੇਂ ਆਪਾਂ ਕਹਿੰਦੇ ਨੇ ਮਟਰ ਮਾਲਾ, ਵੀ ਇੱਕ ਕੋਈ ਧਾਗਾ ਲੈ ਲੈਂਦੇ ਆ, ਉਸ ਦੇ ਵਿੱਚ ਮੋਤੀਆਂ ਨੂੰ ਪਰੋਇਆ ਜਾਂਦਾ ਤੇ ਇਸ ਨੂੰ ਮਾਲਾ ਕਹਿ ਦਿੱਤਾ ਜਾਂਦਾ ਹੈ। ਠੀਕ ਹੈ, ਸੋ ਬਿਲਕੁਲ ਸੌਖੇ ਹੈ, ਬਿਲਕੁਲ ਸੌਖੇ ਹੈ। ਜੇ ਆਪਾਂ ਕਿਸੇ ਫੋਟੋ ਨੂੰ ਦੇਖ ਲਈਏ ਤਾਂ ਹੋਰ ਵੀ ਗੱਲ ਬਣ ਜਾਂਦੀ ਹੈ। ਤੇ ਫਿਰ ਸਾਡੇ ਕੋਲ ਰਾਣੀ ਹਾਰ ਹੈ। ਰਾਣੀ ਹਾਰ ਇਸ ਤਰੀਕੇ ਦਾ ਮਤਲਬ ਜੁੜਿਆ ਹੁੰਦਾ, ਮਤਲਬ ਕਾਫੀ ਜਿਹੜੀਆਂ 3-4 ਲੜੀਆਂ ਜਿਹੜੀਆਂ ਹੁੰਦੀਆਂ। ਗਲੂਬੰਦ ਗਲੇ ਦੇ ਨਾਲ ਬਿਲਕੁਲ ਜੁੜਿਆ, ਗਲੂਬੰਦ ਵੀ ਗਲੇ ਨੂੰ ਬੰਦ ਕਰ ਦਿੰਦਾ। ਤੇ ਕੈਂਠਾ ਆ ਪਿਆ, ਕੈਂਠਾ, ਕੈਂਠਾ ਤਾਂ ਸਭ ਨੂੰ ਪਤਾ ਹੋਊਗਾ, ਮਰਦਾਂ ਦਾ ਗਹਿਣਾ। ਤੇ ਬਚ ਕੁਝ ਕੇ ਇੱਕ ਹੀ ਆਇਆ ਹਜੇ ਤੱਕ ਗਰਦਨ ਦਾ, ਹੈ ਨਾ। ਤਾਂ ਇਸ ਤੋਂ ਬਿਨਾਂ ਮੋਹਰਾਂ, ਹੱਸ ਤੇ ਚੰਪਾ ਕਲੀ, ਇਹ ਗਹਿਣੇ ਵੀ ਸਾਡੇ ਕੋਲ ਮਰਦਾਂ ਦੇ ਗਹਿਣੇ ਨੇ ਤੇ ਇਸ ਨੂੰ ਆਪਾਂ ਧਿਆਨ ਦੇ ਵਿੱਚ ਰੱਖਾਂਗੇ। ਠੀਕ ਹੈ, ਤੇ ਅੱਗੇ ਆ ਜਾਓ। ਅੱਗੇ ਸਾਡੇ ਕੋਲੇ ਨੱਕ ਵਿੱਚ ਪਹਿਨੇ ਜਾਣ ਵਾਲੇ ਗਹਿਣੇ। ਨੱਕ ਵਿੱਚ ਪਹਿਨੇ ਜਾਣ ਵਾਲੇ ਗਹਿਣਿਆਂ ਦੇ ਵਿੱਚ ਨੱਥ ਆ ਜਾਂਦੀ ਹੈ, ਤੀਲੀ, ਕੋਕਾ ਤੇ ਇਸ ਤੋਂ ਬਿਨਾਂ ਮਛਲੀ। ਮਛਲੀ ਜਿਹੜਾ ਗਹਿਣਾ ਨੱਕ ਦੇ ਵਿਚਕਾਰ ਵਾਲੀ ਹੱਡੀ ਦੇ ਵਿੱਚ ਪਹਿਨਿਆ ਜਾਣ ਵਾਲਾ ਗਹਿਣਾ। ਸੋ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਪੇਪਰ ਦੇ ਵਿੱਚ ਇਹ ਚੀਜ਼ ਪੁੱਛੀ ਜਾ ਸਕਦੀ ਹੈ। ਹੱਥਾਂ ਦੇ ਗਹਿਣੇ, ਹੱਥਾਂ ਦੇ ਗਹਿਣੇ ਦੇ ਵਿੱਚ ਆਪਾਂ ਦੇਖਦੇ ਹਾਂ ਜਿਵੇਂ ਚੂੜੀਆਂ, ਗਜਰੇ, ਗੋਖੜੂ, ਇਸ ਤੋਂ ਬਿਨਾਂ ਕਲੀਰੇ, ਹੱਥ ਫੁੱਲ। ਹੱਥ ਫੁੱਲ ਇਸ ਪ੍ਰਕਾਰ ਦਾ ਗਹਿਣਾ ਜਿਹੜਾ ਕਿ ਹੱਥ ਦੇ ਉੱਪਰਲੇ ਹਿੱਸੇ 'ਤੇ ਪਹਿਨਿਆ ਜਾਂਦਾ ਹੈ। ਛੱਲਾ ਹੋ ਗਿਆ। ਤੇ ਇਸ ਤੋਂ ਬਿਨਾਂ ਅਗਲੇ ਗਹਿਣੇ ਆਪਾਂ ਦੇਖਦੇ ਹਾਂ ਬਈ ਸਿਰ ਦੇ ਗਹਿਣੇ। ਸਿਰ ਦੇ ਗਹਿਣੇ ਦੇ ਵਿੱਚ ਸੱਗੀ ਫੁੱਲ, ਟਿੱਕਾ, ਹੈ ਨਾ, ਵਗਿਆੜੀ। ਵਗਿਆੜੀ ਜਿਹੜਾ ਹੈਗਾ ਜੂੜੇ 'ਤੇ ਪਹਿਨਿਆ ਜਾਣ ਵਾਲਾ ਗਹਿਣਾ। ਤੇ ਇਸ ਤੋਂ ਬਿਨਾਂ ਸਾਡੇ ਕੋਲੇ ਝੁੰਮਰ, ਜਿਹੜਾ ਕਿ ਸਾਈਡ 'ਤੇ ਲੱਗਦਾ, ਮੱਥੇ ਦੇ ਸਾਈਡ 'ਤੇ ਲੱਗਦਾ, ਸਿਰ ਦਾ ਗਹਿਣਾ ਬਿਲਕੁਲ ਹੈ ਤੇ ਇਹਨੂੰ ਵੀ ਆਪਾਂ ਧਿਆਨ ਦੇ ਵਿੱਚ ਰੱਖਾਂਗੇ। ਇਸ ਤੋਂ ਬਿਨਾਂ ਜੇ ਆਪਾਂ ਮੱਥੇ ਦੇ ਗਹਿਣਿਆਂ ਦੀ ਗੱਲ ਕਰੀਏ ਇਸਤਰੀਆਂ ਦੇ ਵਿੱਚ ਹੋਰ ਕਿਹੜੇ ਕਿਹੜੇ ਹੋ ਸਕਦੇ ਆ। ਇਸ ਤੋਂ ਬਿਨਾਂ ਇੱਕ ਗਹਿਣਾ ਦਮਣੀ, ਨੋਟ ਕਰ ਲਿਓ, ਮੱਥੇ ਦੇ ਪਹਿਨੇ ਜਾਣ ਵਾਲਾ ਗਹਿਣਾ ਇਸਤਰੀਆਂ ਦੇ ਦਮਣੀ। ਇਹ ਚਿਹਰੇ ਦੇ ਦੋਵੇਂ ਪਾਸਿਓਂ ਮੱਥੇ ਤੋਂ ਲਟਕਦਾ ਗਹਿਣਾ। ਕੁਝ ਗਹਿਣੇ ਹੀਰੇ ਜਵਾਹਰਾਤ ਜਿਹੜੇ ਹੁੰਦੇ ਹਨ, ਇਹ ਕਈ ਕਿਸਮਾਂ ਦੇ ਹੁੰਦੇ ਹਨ, ਜਿਵੇਂ ਕੁਤਬੀ ਹੋ ਗਿਆ, ਸੋਸਣੀ ਹੋ ਗਿਆ, ਇਸ ਤਰ੍ਹਾਂ ਦੇ ਗਹਿਣੇ ਜੇ ਤੁਸੀਂ ਨੋਟ ਕਰਨੇ ਤਾਂ ਕਰ ਵੀ ਸਕਦੇ ਹੋ। ਇਸ ਤੋਂ ਬਿਨਾਂ ਟਿੱਕਾ, ਚਾਂਦ ਬਿੰਨਾ। ਚਾਂਦ ਬਿੰਨਾ ਜਿਹੜਾ ਗਹਿਣਾ, ਚਾਂਦ ਬਿੰਨਾ, ਇਹ ਵੀ ਮੱਥੇ ਦਾ ਚਾਂਦ ਬਿੰਨਾ। ਇਸ ਨੂੰ ਮੈਂ ਲਿਖ ਦਿੰਦੀ ਹਾਂ ਤੇ ਤੁਸੀਂ ਕਾਪੀ 'ਤੇ ਨੋਟ ਵੀ ਕਰ ਸਕਦੇ ਹੋ। ਚਾਂਦ ਬਿਨਾ ਜਿਹੜਾ ਗਹਿਣਾ ਹੈ, ਚੰਦ ਆਕਾਰ ਦਾ ਇੱਕ ਲਟਕਣ ਹੁੰਦਾ ਹੈ, ਇਸ ਕਰਕੇ ਇਸ ਨੂੰ ਚਾਂਦ ਬਿਨਾ ਕਿਹਾ ਜਾਂਦਾ ਹੈ। ਠੀਕ ਹੈ, ਬਿੰਦੀ ਇਹ ਸਭ ਨੂੰ ਪਤਾ ਹੋਊਗਾ। ਬਰਵਾਤਾ, ਬਰਵਾਤਾ ਨੋਟ ਕਰ ਲਓ, ਬੱਬਾ, ਰਾਰਾ, ਵਾਵੇ ਨੂੰ ਕੰਨਾ ਤੇ ਤੱਤੇ ਨੂੰ ਖੰਨਾ। ਬਰਵਾਤਾ ਜਿਹੜਾ ਛੋਟੇ ਸਿਤਾਰੇ ਜੋ ਤੋਹਾਂ ਦੇ ਪਾਸੇ ਲਗਾਏ ਜਾਂਦੇ ਹਨ। ਠੀਕ ਹੈ, ਸੋ ਉਸ ਨੂੰ ਬਰਵਾਤਾ ਕਿਹਾ ਜਾਂਦਾ ਹੈ। ਸੋ ਇਸ ਨੂੰ ਨੋਟ ਕਰਿਓ। ਇਸਤਰੀਆਂ ਦੇ ਗਹਿਣੇ ਜਿਹੜੇ ਕਿ ਮੱਥੇ 'ਤੇ ਪਹਿਨੇ ਜਾਂਦੇ ਆ। ਅੱਗੇ ਆ ਜਾਓ। ਅੱਗੇ ਸਾਡੇ ਕੋਲ ਹੈ, ਲਓ ਜੀ, ਇੱਕ ਵੱਡੀ ਫੋਟੋ ਦਿਖਾਈ ਹੋਈ ਹੈ, ਸਿੰਘ ਤਵੀਤ ਦੀ ਫੋਟੋ ਹੈ, ਜਿਸ ਦੇ ਵਿੱਚ ਅਸੀਂ ਦੇਖਿਆ ਕਿ ਇੱਕ ਸਿੰਘ ਲੱਗਿਆ ਹੋਇਆ। ਇਸ ਤੋਂ ਬਿਨਾਂ ਤਵੀਤ ਹੈ, ਇਸੇ ਕਰਕੇ ਇਸ ਨੂੰ ਸਿੰਘ ਤਵੀਤ ਕਿਹਾ ਜਾਂਦਾ। ਫਿਰ ਸਾਡੇ ਕੋਲੇ ਅਗਲੇ ਆ ਜਾਣਗੇ ਇਹ ਜਿਹੜੇ ਸਾਡੇ ਕੋਲੇ ਨੇ, ਇਹਨਾਂ ਨੂੰ ਆਪਾਂ ਲੋਟਣ ਵੀ ਕਹਿ ਦਿੰਦੇ ਹਾਂ। ਠੀਕ ਹੈ, ਇੱਕ ਮਿੰਟ। ਇਸ ਤੋਂ ਬਿਨਾਂ ਜਿਵੇਂ ਕਿ ਇੱਥੇ ਸੱਗੀ ਫੁੱਲ ਪਏ ਆ, ਹੈ ਨਾ। ਇਸ ਤੋਂ ਬਿਨਾਂ ਸਾਡੇ ਕੋਲੇ ਪਿੱਪਲ ਪੱਤੀਆਂ, ਮਤਲਬ ਪਿੱਪਲ ਦੇ ਆਕਾਰ ਦੀਆਂ ਇਸ ਦੇ ਵਿੱਚ ਬਣੀਆਂ ਹੁੰਦੀਆਂ, ਇਸ ਕਰਕੇ ਇਸ ਨੂੰ ਪਿੱਪਲ ਪੱਤੀਆਂ ਕਿਹਾ ਜਾਂਦਾ। ਚਲੋ ਜੀ ਅੱਗੇ ਆ ਜਾਓ। ਲਓ, ਲੋਟਣ ਫਿਰ ਸ਼ਕਲ ਆ ਗਈ, ਪਿੱਪਲ ਪੱਤੀਆਂ ਆ ਗਈਆਂ। ਕੰਨਾਂ ਦੇ ਗਹਿਣਿਆਂ ਦੇ ਵਿੱਚ ਝੁਮਕੇ, ਲਓ ਆਪੇ ਝੁਮਕੇ। ਮੋਰਨੀਆਂ, ਮੋਰਨੀਆਂ ਇਸ ਦੇ ਵਿੱਚ ਆਕਾਰ ਦੇ ਬਣਿਆ ਹੁੰਦਾ, ਮੋਰਨੀ ਆਕਾਰ ਦਾ ਇਹਦੇ ਵਿੱਚ ਸ਼ੇਪ ਬਣੀ ਹੁੰਦੀ ਹੈ ਕੁਝ ਇਸ ਤਰੀਕੇ ਦੇ ਨਾਲ ਇਹਨੂੰ ਘੜਿਆ ਜਾਂਦਾ। ਇਸ ਤੋਂ ਬਿਨਾਂ ਸਾਡੇ ਕੋਲੇ ਨੱਤੀਆਂ ਆ ਪਈਆਂ, ਨੱਤੀਆਂ, ਤੁੰਗਲ ਜਿਹੜੇ ਵੱਡੇ ਵੱਡੇ ਕਾਂਟੇ ਦਾਦੀਆਂ ਜ਼ਿਆਦਾਤਰ ਪਾਏ ਵੇਖੇ ਹੋਣਗੇ। ਮੁੰਦਰਾਂ ਇਸ ਤਰੀਕੇ ਦਾ ਗਹਿਣਾ। ਸੋ ਇਹ ਸਾਡੇ ਕੋਲੇ ਕੰਨਾਂ ਦੇ ਗਹਿਣੇ ਨੇ, ਨੋਟ ਰੱਖਿਓ। ਇਸ ਤੋਂ ਬਿਨਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਮਛਲੀ ਜਿਹੜਾ ਗਹਿਣਾ ਨੱਕ ਦੇ ਵਿਚਕਾਰਲੀ ਹੱਡੀ ਦੇ ਵਿੱਚ ਪਹਿਨਿਆ ਜਾਂਦਾ ਹੈ। ਸੋ ਇਸ ਪ੍ਰਕਾਰ ਦਾ ਗਹਿਣਾ ਹੁੰਦਾ ਮਛਲੀ। ਤੇ ਇਹ ਜਿਹੜਾ ਕੋਕਰੂ, ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਕੋਕਰੂ ਵੈਸੇ ਦੱਸ ਦਿੰਦੀ ਹਾਂ। ਕੋਕਰੂ ਇਸ ਤਰੀਕੇ ਸਾਰੇ ਕੰਨ ਨੂੰ ਢੱਕਦਾ ਹੁੰਦਾ ਤੇ ਥੱਲੇ ਇਹਦੇ 'ਤੇ ਥੋੜ੍ਹੇ ਬਹੁਤੇ ਘੁੰਗਰੂ ਲਟਕਦੇ ਹੁੰਦੇ ਆ, ਉਸ ਨੂੰ ਅਸੀਂ ਕੋਕਰੂ ਕਹਿੰਦੇ ਹਾਂ। ਠੀਕ ਹੈ, ਅੱਗੇ ਆ ਜਾਓ। ਕੋਕਰੂ ਦੀ ਸ਼ਕਲ ਆਪਣੇ ਕੋਲੇ ਆਕਿਰਤੀ ਪਈ ਹੈ ਕਿ ਕੋਕਰੂ ਇਸ ਪ੍ਰਕਾਰ ਦਾ ਗਹਿਣਾ ਹੁੰਦਾ ਹੈ। ਇਹ ਪੰਜਾਬੀ ਸੱਭਿਆਚਾਰ ਦੇ ਵਿੱਚ ਪਹਿਨਿਆ ਜਾਂਦਾ ਰਿਹਾ ਤੇ ਇਹ ਕੰਨ ਦਾ ਗਹਿਣਾ ਹੈ, ਨੋਟ ਰੱਖਿਓ, ਕੰਨ ਦਾ ਗਹਿਣਾ। ਅੱਗੇ ਹਮੇਲ।
ਹਮੇਲ ਜਿਹੜਾ ਹੈਗਾ ਤੁਹਾਨੂੰ ਪਤਾ ਹੈ ਗਲੇ ਦਾ ਗਹਿਣਾ, ਇਸਤਰੀਆਂ ਦੇ ਗਲੇ ਦੇ ਵਿੱਚ ਪਹਿਨਿਆ ਜਾਣ ਵਾਲਾ ਗਹਿਣਾ ਹਮੇਲ ਇਸ ਨੂੰ ਕਿਹਾ ਜਾਂਦਾ ਹੈ। ਭਾਵੇਂ ਕਿ ਮਰਦਾਂ ਦੇ ਗਹਿਣਿਆਂ ਦੇ ਵਿੱਚ ਵੀ ਆਉਂਦੇ ਆ ਗਲੇ ਦੇ ਵਿੱਚ ਪਹਿਨੇ ਜਾਣ ਵਾਲੇ, ਜਿਵੇਂ ਮਾਲਾ ਹੋ ਗਈ, ਕੰਠੀ ਜਾਂ ਕੰਠ ਹੋ ਗਿਆ, ਨਮ ਗਹਿਣਾ, ਨੰਨੇ ਤੇ ਟਿੱਪੀ ਮੰਮਾ ਨੋਟ ਰੱਖਿਓ, ਨੰਨੇ ਤੇ ਟਿੱਪੀ ਮੰਮਾ ਨਮ ਗਹਿਣਾ ਵੀ ਮਰਦਾਂ ਦਾ ਗਹਿਣਾ। ਤਵੀਜ਼ ਹੋ ਗਿਆ, ਤਖਤੀ ਹੋ ਗਈ, ਜੰਜੀਰ ਹੋ ਗਈ, ਠੀਕ ਹੈ। ਇਸ ਤਰੀਕੇ ਦੇ ਸਾਰੇ ਗਹਿਣੇ ਜਿਹੜੇ ਨੇ ਉਹ ਮਰਦਾਂ ਦੇ ਪਹਿਨੇ ਜਾਣ ਵਾਲੇ ਗਹਿਣੇ ਗਰਦਨ ਦੇ ਵਿੱਚ, ਸੋ ਇਸ ਨੂੰ ਨੋਟ ਰੱਖ ਲਿਓ। ਪਰ ਅਸੀਂ ਕੁਝ ਕੁ ਗਹਿਣੇ ਹਮੇਲ, ਜਿਵੇਂ ਹੋ ਗਿਆ ਹਮੇਲ ਜਿਹੜਾ ਗਹਿਣਾ ਇਹ ਸਿੱਕੇ ਵਗੈਰਾ ਇਸ ਨੂੰ ਪਰੋ ਲਏ ਜਾਂਦੇ ਆ ਚਾਂਦੀ ਦੇ, ਠੀਕ ਹੈ। ਇਸੇ ਤਰ੍ਹਾਂ ਤੱਗਾ ਗਹਿਣਾ ਹੋ ਗਿਆ, ਜਿਵੇਂ ਕਿ ਤੁਹਾਨੂੰ ਆ ਦਿਖ ਰਿਹਾ ਤੱਗਾ ਹੈ, ਪਹਿਲਾਂ ਹਮੇਲ ਦੇਖਿਆ, ਹੁਣ ਆ ਤੱਗੇ ਦੀ ਫੋਟੋ ਆਪਣੇ ਕੋਲ, ਇਹ ਵੀ ਗਲ ਦੇ ਵਿੱਚ ਪਹਿਨਿਆ ਜਾਣ ਵਾਲਾ ਗਹਿਣਾ। ਸੋ ਇਹ ਆਪਣੇ ਕੋਲੇ ਕੁਝ ਗਹਿਣਿਆਂ ਦੀਆਂ ਜਿਹੜੀਆਂ ਫੋਟੋਆਂ ਨੇ, ਜਿਵੇਂ ਨੱਥ ਹੈ ਨਾ, ਤੇ ਅੱਗੇ ਆ ਜਾਓ, ਆਹ ਜੁਗਨੀ ਦੀ ਫੋਟੋ ਆਪਣੇ ਕੋਲੇ, ਜੁਗਨੀ ਗਹਿਣਾ ਜਿਹੜਾ ਪਿੱਛੇ ਆਪਾਂ ਪੜ੍ਹ ਕੇ ਆਏ ਗਲੇ ਦਾ ਗਹਿਣਾ। ਇਸ ਤੋਂ ਬਿਨਾਂ ਪੈਰਾਂ ਦੇ ਗਹਿਣੇ ਸਾਡੇ ਕੋਲੇ ਆ ਪਏ, ਝਾਂਜਰਾਂ, ਠੀਕ ਹੈ। ਝਾਂਜਰਾਂ ਭਾਰੀਆਂ ਹੁੰਦੀਆਂ, ਪੰਜੇਬਾਂ ਦੇ ਵਿੱਚ ਇੱਕ ਘੁੰਗਰੂ ਹੁੰਦਾ ਸਾਈਡ 'ਤੇ, ਜਾਂ 2 ਜਾਂ 3, ਠੀਕ ਹੈ। ਪਰ ਝਾਂਜਰਾਂ ਦੇ ਵਿੱਚ ਤੁਸੀਂ ਦੇਖਿਆ ਕਿੰਨੇ ਜ਼ਿਆਦਾ ਭਾਰੀਆਂ ਹੁੰਦੀਆਂ। ਬਿਛੂਆ ਜਿਹੜਾ ਹੈਗਾ ਅੰਗੂਠੇ ਦੀ ਨਾਲ ਵਾਲੀ ਉਂਗਲ ਦੇ ਵਿੱਚ ਪਹਿਨਿਆ ਜਾਣ ਵਾਲਾ ਗਹਿਣਾ, ਜਿਵੇਂ ਕਿ ਆਕ੍ਰਿਤੀ ਵਿੱਚ ਤੁਹਾਨੂੰ ਦਿਖ ਰਿਹਾ ਹੈ। ਤੋ ਇਹ ਕੁਝ ਪੰਜਾਬੀ ਸੱਭਿਆਚਾਰ ਦੇ ਗਹਿਣੇ ਨੇ ਜਿਨ੍ਹਾਂ ਨੂੰ ਉੱਪਰ ਅਸੀਂ ਗਹਿਣਿਆਂ ਦੇ ਨਾਲ ਸੰਬੰਧਿਤ ਪੂਰੇ ਵਿਸਥਾਰ ਦੇ ਨਾਲ ਪੜ੍ਹਿਆ ਕਿ ਗਹਿਣੇ ਕਿਹੜੇ ਕਿਹੜੇ ਨੇ, ਕਿ ਸੰਗ ਦੇ ਵਿੱਚ ਪਹਿਨੇ ਜਾਂਦੇ ਨੇ। ਇਸ ਤੋਂ ਬਿਨਾਂ ਕੁਝ ਹੋਰ ਗਹਿਣਿਆਂ ਦੇ ਜਿਹੜੇ ਨਾਮ ਨੇ ਉਹ ਵੀ ਆਪਾਂ ਦੇਖੇ, ਚਾਹੇ ਉਹ ਮਰਦਾਂ ਦੇ ਵਿੱਚ ਪਹਿਨੇ ਜਾਣ ਵਾਲੇ ਗਹਿਣੇ ਹੋਣ। ਅਤੇ ਹੁਣ ਆਪਾਂ ਗਹਿਣਿਆਂ ਦੇ ਨਾਲ ਸੰਬੰਧਿਤ MCQ ਲਗਾਵਾਂਗੇ, ਜਿਹੜੇ ਕਿ ਮੋਸਟ ਇੰਪੋਰਟੈਂਟ ਹੈ, ਕਦੇ ਵੀ ਕਿਸੇ ਵੀ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਆ, ਚਾਹੇ ਉਹ ਮਾਸਟਰ ਕੇਡਰ ਹੋਵੇ, ਚਾਹੇ ਉਹ ਲੈਕਚਰਰ ਕੇਡਰ ਹੋਵੇ, ਜਾਂ ਫਿਰ ਕੁਆਲੀਫਾਈ ਪੇਪਰ A ਹੋਵੇ। ਮਤਲਬ ਕਿ ਜਿਹੜੇ ਵੀ ਪੇਪਰ ਦੇ ਵਿੱਚ ਪੰਜਾਬੀ ਮੈਂਸ਼ਨ ਕੀਤਾ ਹੋਇਆ ਟੌਪਿਕ, ਪੰਜਾਬੀ ਸੱਭਿਆਚਾਰ, ਇਸ ਤੋਂ ਬਿਨਾਂ ਗੁਰਮਤਿ ਕਾਵਿ ਜਾਂ ਕੋਈ ਹੋਰ ਪੰਜਾਬੀ ਵਿਸ਼ਾ ਤੁਹਾਨੂੰ ਮੈਂਸ਼ਨ ਕੀਤਾ ਹੋਇਆ, ਤਾਂ ਉਸ ਦੇ ਵਿੱਚ ਇਸ ਤਰ੍ਹਾਂ ਦੇ ਸਵਾਲ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਆ। ਲਓ ਜੀ, ਪਟੜੀਆਂ, ਗੁਸਲ ਪੱਟੀ, ਸ਼ਕੁੰਤਲਾ ਚੈਨ, ਪੰਜੇਬਾਂ ਤੇ ਕੁੰਡਲੀਦਾਰ ਤੌੜੇ, ਬਾਂਕਾ, ਝਾਂਜਰਾਂ ਗਹਿਣੇ ਕਿਸ ਦੇ ਆ? ਹੁਣ ਝਾਂਜਰਾਂ ਤੋਂ, ਪਟੜੀਆਂ ਤੋਂ ਅੰਦਾਜ਼ਾ ਤੁਸੀਂ ਲਗਾ ਲਿਆ ਹੋਣਾ ਕਿ ਇਹ ਗਹਿਣੇ ਪੈਰਾਂ ਦੇ ਗਹਿਣੇ ਆ। ਉਮੀਦ ਇਹੀ ਹੈ ਕਿ ਤੁਸੀਂ ਅੰਦਾਜ਼ਾ ਸਹੀ ਲਗਾਇਆ ਹੋਵੇ। ਪੰਜੇਬਾਂ ਹੋ ਗਈਆਂ, ਕੁੰਡਲੀਦਾਰ ਤੋੜੇ ਹੋ ਗਏ, ਬਾਂਕਾਂ ਹੋ ਗਈਆਂ, ਇਹ ਸਾਰੇ ਗਹਿਣੇ ਹੀ ਪੈਰਾਂ ਦੇ ਗਹਿਣੇ ਆ। ਹੱਥਾਂ ਦੇ ਗਹਿਣੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਜਿਵੇਂ ਹੱਥ ਫੁੱਲ ਗਹਿਣਾ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ, ਹੈ ਨਾ, ਇਹ ਹੱਥਾਂ ਦੇ ਗਹਿਣਿਆਂ ਦੇ ਵਿੱਚ ਆਉਂਦਾ ਹੈ। ਬਾਹਾਂ ਦੇ ਗਹਿਣੇ ਜਿਵੇਂ ਗਜਰੇ ਹੋ ਗਏ, ਇਸ ਤਰੀਕੇ ਦੇ ਗਹਿਣੇ, ਚੂੜੀਆਂ, ਹੈ ਨਾ, ਇਸ ਤਰੀਕੇ ਦੇ ਨੱਕ ਦੇ ਗਹਿਣੇ, ਮਛਲੀ, ਮੇਖ, ਇਹ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ। ਬਟ ਇਹ ਜਿਹੜੇ ਉੱਪਰ ਲਿਖੇ ਹੋਏ ਕੁਐਸਚਨ ਦੇ ਵਿੱਚ ਇਹ ਸਾਰੇ ਹੀ ਪੈਰਾਂ ਦੇ ਗਹਿਣੇ ਆ। ਇਹ ਆਪਸ਼ਨ ਬਿਲਕੁਲ ਸਹੀ ਹੈ। ਗਰਦਨ ਦੇ ਗਹਿਣੇ ਹੇਠ ਲਿਖਿਆਂ ਵਿੱਚੋਂ ਕਿਹੜੇ ਸਹੀ ਹਨ? ਤਾਂ ਗਰਦਨ ਦੇ ਗਹਿਣੇ ਆਪਾਂ ਪਿੱਛੇ ਹੁਣੀ ਪੜ੍ਹ ਕੇ ਆਏ ਆ, ਹੱਸ ਕੰਠੀ, ਤੰਦੀਰਾ, ਗਲੂਬੰਦ। ਇਸ ਨੂੰ ਲਿਖੋ ਪਹਿਲਾਂ ਗਲੂਬੰਦ, ਗੁਲਕੰਦ ਲਿਖ ਰੱਖਿਆ, ਗਲੂਬੰਦ। ਤਾਂ ਇਸ ਦੇ ਵਿੱਚ ਸਹੀ ਜਿਹੜਾ ਗਹਿਣਾ ਹੈ ਇਹ ਸਾਰੇ ਹੀ ਹੈ, ਇਹ ਸਾਰੇ ਹੀ ਗਰਦਨ ਵਿੱਚ ਪਹਿਨੇ ਜਾਣ ਵਾਲੇ ਆ। ਓਕੇ। ਸੰਮੀ ਲੋਕ ਨਾਚ, ਹੁਣ ਲੋਕ ਨਾਚ ਦੇ ਵਿੱਚੋਂ ਵੀ ਇੱਕ ਅੱਧਾ ਸਵਾਲ ਆ ਗਿਆ ਤਾਂ ਘਬਰਾਉਣਾ ਨਹੀਂ। ਹੁਣ ਸੰਮੀ ਹੈ, ਸੰਮੀ ਲੋਕ ਨਾਚ ਅਸਲ ਦੇ ਵਿੱਚ ਪਾਕਿਸਤਾਨ ਦੇ ਸੰਦਲਬਾਰ ਦੇ ਇਲਾਕਿਆਂ ਦੇ ਵਿੱਚ ਪਾਇਆ ਜਾਣ ਵਾਲਾ ਲੋਕ ਨਾਚ ਹੈ। ਸੰਮੀ ਜਿਹੜਾ ਹੈ ਇਸਤਰੀਆਂ ਅਤੇ ਸੰਦਲਬਾਰ ਦੇ ਨਾਲ ਸੰਬੰਧਿਤ ਲੋਕ ਨਾਚ ਹੈ। ਇਹਨਾਂ ਦੇ ਵਿੱਚੋਂ ਸਹੀ ਆਪਸ਼ਨ ਕਿਹੜੀ ਬਣਦੀ ਆਪਾਂ ਦੇਖ ਲੈਂਦੇ ਹਾਂ। ਜਿਨ੍ਹਾਂ ਨੇ ਲਾਇਆ ਸੀ ਵੀ ਮਰਦਾਂ ਦਾ ਉਹ ਗਲਤ ਹੋ ਗਏ, ਕਿਉਂਕਿ ਝੂਮਰ ਵੀ ਇੱਕ ਲੋਕ ਨਾਚ ਹੈ ਜਿਹੜਾ ਕਿ ਝੂਮ ਕੇ ਪਾਇਆ ਜਾਣ ਵਾਲਾ ਲੋਕ ਨਾਚ ਹੈ। ਪਰ ਝੂਮਰ ਦੇ ਵਿੱਚ ਜਿਹੜਾ ਲੋਕ ਸਾਜ਼ ਹੈ ਉਹ ਭੰਗੜੇ ਦੇ ਵਾਂਗ ਢੋਲ ਦੀ ਹੀ ਵਰਤੋਂ ਕਰ ਲਈ ਜਾਂਦੀ ਹੈ। ਇਹ ਗੱਲ ਨੋਟ ਰੱਖਣੀ ਆਪਾਂ, ਠੀਕ ਹੈ। ਹੁਣ ਸੰਮੀ ਲੋਕ ਨਾਚ ਜਿਹੜਾ ਹੈ ਸੰਬੰਧਿਤ ਹੈ ਕਿਸ ਦੇ ਨਾਲ? ਤਾਂ ਆਪਾਂ ਕਹਾਂਗੇ ਪੋਠੋਹਾਰ, ਪੁਆਧ ਨਹੀਂ। ਤਾਂ ਇਹ ਸਾਰੀਆਂ ਆਪਸ਼ਨਾਂ ਗਲਤ ਹੋ ਗਈਆਂ। ਇਸਤਰੀਆਂ ਅਤੇ ਸੰਦਲਵਾਰ ਦੇ ਨਾਲ ਸੰਬੰਧਿਤ ਆਪਸ਼ਨ ਜਿਹੜੀ ਡੀ ਹੈ ਉਹ ਬਿਲਕੁਲ ਸਹੀ ਹੈ। ਤਾਂ ਸੰਮੀ ਲੋਕ ਨਾਚ ਕਿੱਥੋਂ ਦਾ ਹੈ ਬਈ? ਇਸਤਰੀਆਂ ਦਾ ਹੈ, ਸੰਦਲਵਾਰ ਦਾ ਹੈ, ਠੀਕ ਹੈ। ਹੁਣ ਅੱਗੇ ਆ ਜਾਓ। ਅਗਲਾ ਪ੍ਰਸ਼ਨ ਹੈ ਗਿੱਧਾ, ਭੰਗੜਾ, ਝੂਮਰ, ਸੰਮੀ, ਲੁੱਡੀ ਇਹ ਕੀ ਹੈ? ਪਹਿਲਾਂ ਤਾਂ ਗਿੱਧਾ ਕੀ ਹੈ? ਸਾਡਾ ਲੋਕ ਨਾਚ ਹੈ, ਇਸਤਰੀਆਂ ਦਾ ਲੋਕ ਨਾਚ ਹੈ। ਪਰ ਇੱਥੇ ਸਾਡੇ ਕੋਲੇ ਮਲਵਈ ਗਿੱਧਾ ਵੀ ਹੁੰਦਾ ਭਾਈ, ਉਹਨੂੰ ਕਿਵੇਂ ਭੁੱਲ ਜਾਈਏ ਅਸੀਂ। ਭੰਗੜਾ ਵੀ ਲੋਕ ਨਾਚਾਂ ਦੀ ਸ਼ਾਨ ਹੈ। ਝੂਮਰ ਦੀ ਗੱਲ ਆਪਾਂ ਹੁਣੇ ਕਰ ਹਟੇ ਹਾਂ। ਸੰਮੀ ਬਾਰੇ ਵੀ ਆਪਾਂ ਵੇਖ ਲਿਆ। ਅਤੇ ਇਸ ਤੋਂ ਬਿਨਾਂ ਲੁੱਡੀ ਲੋਕ ਨਾਚ ਵੀ ਹੈ। ਲੁੱਡੀ ਜਿਹੜਾ ਸ਼ਬਦ ਹੈ ਇਹਦਾ ਸ਼ਬਦੀ ਅਰਥ ਹੈ ਆਪਾਂ ਕਹਿ ਲਈਏ ਖੁਸ਼ੀ ਦੇ ਵਿੱਚ ਨੱਚਣਾ, ਜਾਂ ਬਹੁਤ ਜ਼ਿਆਦਾ ਜਦੋਂ ਖੁਸ਼ੀ ਹੋਣੀ ਆਪਾਂ ਨੱਚਦੇ ਹਾਂ ਉਸ ਨੂੰ ਅਸੀਂ ਲੁੱਡੀ ਆਖਦੇ ਹਾਂ। ਸੰਮੀ, ਲੁੱਡੀ ਅਤੇ ਝੂਮਰ, ਭੰਗੜਾ, ਗਿੱਧਾ ਪੰਜਾਬੀ ਲੋਕ ਨਾਚਾਂ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਆ। ਹੁਣ ਇੱਥੇ ਕਿਹੜੀ ਆਪਸ਼ਨ ਬਿਲਕੁਲ ਸਹੀ ਹੈ? ਲੋਕ ਨਾਟ ਨਾ ਬਈ, ਇਹ ਤਾਂ ਬਿਲਕੁਲ ਨਹੀਂ ਸਹੀ। ਲੋਕ ਕਾਵਿ,
ਹੁਣ ਲੋਕ ਕਾਵ ਕੀ ਹੁੰਦੇ ਆ? ਜਿਹੜੇ ਕਾਵ ਰੂਪ ਰਹੇ ਹੈ, ਜਿਹੜੇ ਕਵਿਤਾ ਰੂਪ ਰਹੇ ਹੈ। ਲੋਕ ਕਾਵ ਰੂਪਾਂ ਦੇ ਵਿੱਚ ਅਸੀਂ ਸੁਹਾਗ, ਘੋੜੀਆਂ, ਸਿੱਠਣੀਆਂ, ਛੰਦ ਪਰਾਗੇ ਇਹ ਚੀਜ਼ਾਂ ਪੜ੍ਹਦੇ ਆ। ਪਰ ਲੋਕ ਨਾਚ ਆਪਸ਼ਨ ਬਿਲਕੁਲ ਸਹੀ ਹੋ ਗਈ, ਪਰ ਇੱਥੇ ਦੋ ਆਪਸ਼ਨਾਂ ਦੇ ਰੱਖੀਆਂ, ਐੜਾ ਤੇ ਈੜੀ, ਮਤਲਬ ਕਿ ਹੈ ਇਹ ਲੋਕ ਨਾਚ ਹੀ ਹੈ, ਚਾਹੇ ਐੜਾ ਲਗਾ ਲਓ ਚਾਹੇ ਈੜੀ ਲਗਾ ਲਓ, ਦੋਨਾਂ ਆਪਸ਼ਨਾਂ ਦੇ ਵਿੱਚ ਸੇਮ ਪਿਆ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਲੋਕ ਨਾਚ ਬਿਲਕੁਲ ਸਹੀ ਆਪਸ਼ਨ ਹੈ। ਅੱਗੇ ਆ ਜਾਓ, ਸੱਭਿਆਚਾਰ ਸ਼ਬਦ ਕਿਵੇਂ ਬਣਿਆ? ਪਹਿਲਾਂ ਤਾਂ ਇਹ ਵੀ ਧਿਆਨ ਦੇ ਵਿੱਚ ਰੱਖਣਾ ਹੈ ਕਿ ਸੱਭਿਆਚਾਰ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਆ। ਅੰਗਰੇਜ਼ੀ ਦੇ ਵਿੱਚ ਇਸ ਨੂੰ ਕਲਚਰ ਸ਼ਬਦ ਪ੍ਰਯੋਗ ਕਰ ਲਿਆ ਜਾਂਦਾ ਹੈ, ਜਿਹੜਾ ਕਿ ਅੱਗੋਂ ਲਾਤੀਨੀ ਭਾਸ਼ਾ ਦੇ ਕਲਟਸ ਤੋਂ ਬਣਿਆ। ਹੁਣ ਕਲਟਸ ਜਿਹੜਾ ਸ਼ਬਦ ਸੀ, ਫਿਰ ਉੱਥੇ ਹੀ ਆ ਗਈ ਗੱਲ ਵੀ ਉਹ ਕਾਹਦੇ ਲਈ ਵਰਤਦੇ ਸੀ। ਕਲਟਸ ਜਿਹੜਾ ਸ਼ਬਦ ਸੀ ਉਹ ਵਰਤਿਆ ਜਾਂਦਾ ਸੀ ਖੇਤੀਬਾੜੀ, ਪਸ਼ੂ ਪਾਲਣ, ਇਸ ਦੇ ਲਈ। ਪਰ ਇਹ ਹੌਲੀ ਹੌਲੀ ਸ਼ਬਦ ਜਿਹੜਾ ਹੈਗਾ ਸਮੇਂ ਦੇ ਨਾਲ ਨਾਲ ਕਲਚਰ ਰੂਪ ਦੇ ਵਿੱਚ ਢਲ ਜਾਂਦਾ ਅਤੇ ਸੱਭਿਆਚਾਰ ਦੇ ਲਈ ਵਰਤਿਆ ਜਾਣ ਲੱਗਦਾ। ਅਤੇ ਜੇਕਰ ਆਪਾਂ ਪੰਜਾਬੀ ਦੇ ਵਿੱਚ ਗੱਲ ਕਰਨੀ ਹੋਵੇ, ਪੰਜਾਬੀ ਦੇ ਵਿੱਚ ਕਲਚਰ ਦੇ ਲਈ ਅਸੀਂ ਸੱਭਿਆਚਾਰ ਵਰਤਦੇ ਹਾਂ, ਜਿਹੜਾ ਕਿ ਦੋ ਸ਼ਬਦਾਂ ਦੇ ਮਿਲਾਨ ਤੋਂ ਬਣਿਆ ਹੈ, ਸੱਭਿਆ ਪਲੱਸ ਆਚਾਰ, ਅਤੇ ਐੜਾ ਆਪਸ਼ਨ ਬਿਲਕੁਲ ਸਹੀ ਹੈ। ਚਲੋ ਬਈ, ਜਿਨ੍ਹਾਂ ਨੇ ਐੜਾ ਸੋਚਿਆ ਸੀ ਉਹਨਾਂ ਦਾ ਬਿਲਕੁਲ ਸਹੀ ਹੈ। ਅੱਗੇ ਪੰਜਾਬੀ ਸੱਭਿਆਚਾਰ। ਪੰਜਾਬੀ ਜਿਹੜਾ ਸ਼ਬਦ ਹੈ, ਪਹਿਲਾਂ ਅਸੀਂ ਇਹ ਨੋਟ ਰੱਖਾਂਗੇ ਭਾਈ, ਇਹ ਫਾਰਸੀ ਦਾ ਸ਼ਬਦ ਹੈ ਅਤੇ ਇਹ 5+ ਆਬ ਤੋਂ ਬਣਿਆ। ਕਿਹਤੋਂ ਬਣਿਆ? 5+ ਆਬ, ਮਤਲਬ ਕਿ 5 ਦਰਿਆਵਾਂ ਦੀ ਧਰਤੀ। ਅਤੇ ਪਰ ਜੇਕਰ ਅਸੀਂ ਇੱਥੇ ਇੱਕ ਸ਼ਬਦ ਹੋਰ ਐਡ ਕਰ ਦਈਏ, ਜਿਹੜਾ ਕਿ ਪੇਪਰ ਦੇ ਵਿੱਚ ਪੁੱਛਿਆ ਵੀ ਗਿਆ, ਅਬਿਆਨਾ। ਅਬਿਆਨਾ ਕੀ ਹੁੰਦਾ ਬਈ? ਅਬਿਆਨਾ ਕੀ ਹੁੰਦਾ? ਆਬ ਦਾ ਮਤਲਬ ਕੀ ਸੀ? ਪਾਣੀ, ਅਤੇ ਆਨੇ ਦਾ ਮਤਲਬ ਸਾਨੂੰ ਪਤਾ ਹੋਣਾ ਚਾਹੀਦਾ ਧੇਲਾ, ਪੈਸਾ ਜਾਂ ਕੁਛ ਵੀ ਇਸ ਤਰੀਕੇ ਦਾ। ਅਤੇ ਹੁਣ ਅਬਿਆਨਾ ਜਿਹੜਾ ਸ਼ਬਦ ਦਾ ਮਤਲਬ ਕੀ ਬਣ ਗਿਆ? ਪਾਣੀ 'ਤੇ ਲੱਗਣ ਵਾਲਾ ਘਰ। ਸੋ ਇਸ ਤਰੀਕੇ ਨਾਲ ਇਸ ਸ਼ਬਦ ਨੂੰ ਵੀ ਧਿਆਨ ਦੇ ਵਿੱਚ ਰੱਖਿਓ, ਕਿਉਂਕਿ ਇਹ ਪੇਪਰ ਦੇ ਵਿੱਚ ਪੁੱਛਿਆ ਗਿਆ। ਪੰਜਾਬੀ ਸੱਭਿਆਚਾਰ ਦੀ ਜਦੋਂ ਹੀ ਗੱਲ ਕਰਦੇ ਹਾਂ ਤਾਂ ਮਾਝੀ ਉਪ ਸੱਭਿਆਚਾਰ ਵੀ ਹੈ, ਇਸ ਦੇ ਵਿੱਚ ਪੁਆਧੀ ਵੀ ਹੈ, ਮਲਵਈ ਵੀ ਹੈ, ਦੁਆਬੀ ਵੀ ਹੈ, ਬਿਲਕੁਲ ਸਾਰੇ ਹੀ ਸਹੀ ਹੈ, ਪੰਜਾਬੀ ਸੱਭਿਆਚਾਰ ਦੇ ਵਿੱਚ ਆ ਜਾਂਦੇ ਆ। ਅੱਗੇ ਚੱਲਦੇ ਹਾਂ ਫਿਰ ਆਪਾਂ ਹੁਣ। ਛਟੀ ਦੀ ਰਸਮ, ਬਾਹਰ ਵਧਾਉਣ ਦੀ ਰਸਮ, ਅਤੇ ਪੰਜਵੀਂ ਨਹਾਉਣਾ, ਗੁੜਤੀ ਦੀ ਰਸਮ, ਵਧਾਈ ਅਤੇ ਛੂਛਕ, ਨਾਮ ਸੰਸਕਾਰ, ਮੰਡਨ ਸੰਸਕਾਰ ਆਦਿ ਕਿਸ ਨਾਲ ਸੰਬੰਧਿਤ ਰਸਮਾਂ ਹਨ? ਇਹ ਸਾਰੀਆਂ ਹੀ ਰਸਮਾਂ ਜੇਕਰ ਆਪਾਂ ਕਰੀਏ ਤਾਂ ਥਿਊਰੀ ਦੇ ਵਿੱਚ ਸਾਰੀਆਂ ਨੂੰ ਲਾਈਨੋ ਵਾਰ ਕੀਤਾ ਅਤੇ ਸਾਰੀਆਂ ਦੀ ਇੱਕ ਵਿਸ਼ੇਸ਼ਤਾ, ਮਹੱਤਤਾ ਵੀ ਆਪਾਂ ਦੱਸ ਚੁੱਕੇ ਹਾਂ। ਜਿਹੜੇ ਬੱਚੇ ਜਿਹੜੇ ਨੇ ਆਪਣੇ ਨਾਲ ਜੁੜੇ ਹੋਏ ਆ, ਕੁਆਲੀਫਾਈ ਪੇਪਰ ਏ ਦੀ ਤਿਆਰੀ ਕਰ ਰਹੇ ਆ, ਉਹਨਾਂ ਨੂੰ ਪਤਾ ਹੈ ਕਿ ਛਟੀ ਦੀ ਰਸਮ, ਬਾਹਰ ਵਧਾਉਣਾ, ਪੰਜਵੀਂ ਨਹਾਉਣਾ, ਇਹਨਾਂ ਦੇ ਵਿੱਚ ਵਿਸਥਾਰ ਵੀ ਆਪਾਂ ਕਰ ਚੁੱਕੇ ਹਾਂ। ਅਤੇ ਗੁੜਤੀ ਦੀ ਰਸਮ ਵਗੈਰਾ ਸਾਰੀਆਂ ਇਹ ਜਨਮ ਨਾਲ ਸੰਬੰਧਿਤ ਹੈ, ਅਤੇ ਇਹ ਆਪਸ਼ਨ ਬਿਲਕੁਲ ਸਹੀ ਹੈ। ਠੀਕ ਹੈ, ਅੱਗੇ ਆ ਜਾਓ। ਅੱਗੇ, ਜਿਸ ਕੱਪੜੇ ਦੀ ਸਾਰੀ ਸਤਰ ਬਿਨਾਂ ਕੋਈ ਵਿਰਲ ਛੱਡੇ ਕੱਢੀ ਜਾਵੇ ਉਸ ਨੂੰ ਕੀ ਕਹਿੰਦੇ ਆ? ਉਸ ਨੂੰ ਪਹਿਲੀ ਗੱਲ ਤਾਂ ਅਸੀਂ ਬਿਲਕੁਲ ਕਹਿੰਦੇ ਹਾਂ ਤਾਂ ਫੁਲਕਾਰੀ ਦੀ ਇੱਕ ਕਿਸਮ ਹੈ, ਬਿਲਕੁਲ ਸਹੀ ਹੈ ਇਹ ਆਪਸ਼ਨ। ਫੁਲਕਾਰੀ ਦੀ ਇੱਕ ਕਿਸਮ ਹੈ, ਬਿਲਕੁਲ ਸਹੀ ਹੈ। ਬਾਗ ਹੈ, ਇਹ ਵੀ ਸਹੀ ਹੈ। ਅਤੇ ਹੁਣ ਸਾਡੇ ਕੋਲ ਈਡੀ ਆਪਸ਼ਨ ਊੜਾ ਅਤੇ ਐੜਾ ਸਹੀ ਹੈ, ਅਤੇ ਅੱਗੇ ਸਾਡੇ ਕੋਲ ਆਪਸ਼ਨ ਹੀ ਹੈ ਨਹੀਂ ਕੋਈ, ਅਤੇ ਇਹਦਾ ਮਤਲਬ ਸਾਡੇ ਕੋਲ ਸਹੀ ਆਪਸ਼ਨ ਕੀ ਹੈ? ਊੜਾ ਅਤੇ ਐੜਾ ਬਿਲਕੁਲ ਸਹੀ ਹੈ। ਫੁਲਕਾਰੀ ਦੀ ਇੱਕ ਕਿਸਮ ਹੈ ਬਾਗ, ਜਿਸ ਦੀ ਕੋਈ ਵੀ ਜਿਹੜੀ ਸਤਰ ਹੈ ਉਹ ਬਿਨਾਂ ਵਿਰਲ ਛੱਡੇ ਜਿਹੜਾ ਹੈਗਾ ਕੱਢੀ ਜਾਂਦੀ ਹੈ, ਅਤੇ ਕੋਈ ਵੀ ਸਤਰ ਹੈ ਉਸਦੀ ਛੱਡੀ ਜਾਂਦੀ ਨਹੀਂ ਕੱਢੇ ਬਿਨਾਂ। ਠੀਕ ਹੈ, ਅੱਗੇ ਤਿਲ ਪੱਤਰਾ ਇੱਕ ਫੁਲਕਾਰੀ ਦੀ ਕਿਸਮ ਹੈ, ਅਤੇ ਤਿਲ ਪੱਤਰਾ ਫੁਲਕਾਰੀ ਜਿਹੜੀ ਹੁੰਦੀ ਹੈ ਅਸਲ ਦੇ ਵਿੱਚ ਫੁਲਕਾਰੀ ਦੀ ਹੀ ਕਿਸਮ ਹੈ। ਇਸ ਦੇ ਲਈ ਅਸੀਂ ਸਭ ਤੋਂ ਸਸਤੀ ਅਤੇ ਘਟੀਆ ਕਢਾਈ ਵਾਲੀ ਫੁਲਕਾਰੀ ਨੂੰ ਤਿਲ ਪੱਤਰਾ ਕਹਿੰਦੇ ਹਾਂ। ਓਕੇ, ਇਹ ਆਪਸ਼ਨ ਸਾਨੂੰ ਇਹ ਦਿੱਤੀ ਹੋਈ ਹੈ। ਦੂਜੀ ਦਿੱਤੀ ਹੈ ਇਹ ਲਾਗੀਆਂ ਨੂੰ ਦਿੱਤੀ ਜਾਂਦੀ ਹੈ, ਅਤੇ ਈੜੀ, ਊੜਾ ਅਤੇ ਐੜਾ ਸਹੀ ਹਨ, ਅਤੇ ਸੱਸਾ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਜਿਹੜੀਆਂ ਪਹਿਲੀਆਂ ਤਿੰਨੇ ਆਪਸ਼ਨਾਂ ਇਹ ਬਿਲਕੁਲ ਸਹੀ ਹੈ, ਭਾਵ ਕਿ ਈਡੀ ਆਪਸ਼ਨ ਦੇ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਊੜਾ ਅਤੇ ਐੜਾ ਬਿਲਕੁਲ ਸਹੀ ਹੈ। ਇਸ ਆਧਾਰ 'ਤੇ ਈਡੀ ਆਪਸ਼ਨ ਸਹੀ ਹੈ, ਕਿਉਂਕਿ ਇਹ ਸਸਤੀ ਅਤੇ ਘਟੀਆ ਕਢਾਈ ਵਾਲੀ ਫੁਲਕਾਰੀ ਹੈ, ਜਿਸ ਨੂੰ ਅਸੀਂ ਤਿਲ ਪੱਤਰਾ ਕਹਿੰਦੇ ਹਾਂ, ਅਤੇ ਇਹ ਅਸੀਂ ਲਾਗੀਆਂ ਨੂੰ ਦੇਣ ਲਈ ਵਰਤਦੇ ਹਾਂ। ਅਸਲ ਦੇ ਵਿੱਚ ਇਸ ਫੁਲਕਾਰੀ ਦੇ ਉੱਪਰ ਅਸੀਂ ਕਢਾਈ ਵੀ ਜਿਹੜੀ ਸੜੋਪੇ ਮਾਰ ਕੇ ਕੱਢੀ ਜਾਂਦੀ ਹੈ, ਬਹੁਤੀ ਸੋਹਣੀ ਨਹੀਂ ਕੱਢੀ ਜਾਂਦੀ। ਠੀਕ ਹੈ, ਅੱਗੇ ਹੈ ਸੱਗੀ ਫੁੱਲ, ਚੌਂਕ ਚੰਦ, ਬੋਰਲਾ, ਬਘਿਆੜੀ, ਸ਼ਿੰਗਾਰ ਪੱਟੀ, ਟਿੱਕਾ, ਕਲਿੱਪ, ਝੁੰਮਰ ਸੂਈ ਕਿਸ ਦੇ ਗਹਿਣੇ ਆ? ਮੈਨੂੰ ਲੱਗਦਾ ਹੈ ਕਿ ਕੁਝ ਕੁ ਹੋਰ ਗਹਿਣੇ ਜਦੋਂ ਨਾਮ ਆ ਜਾਂਦਾ, ਚਲੋ ਮੰਨ ਲਓ ਬੋਰਲਾ, ਬਘਿਆੜੀ, ਇਹਨਾਂ ਤੋਂ ਸਾਨੂੰ ਨਹੀਂ ਪਤਾ ਲੱਗ ਗਿਆ, ਪਰ ਜਦੋਂ ਸਾਡੇ ਕੋਲ ਹੋਰ ਜਿਹੜੇ ਗਹਿਣੇ ਸ਼ਬਦ ਆਏ ਤਾਂ ਸਾਨੂੰ ਪਤਾ ਲੱਗ ਗਿਆ ਵੀ ਇਹ ਸਿਰ ਦੇ ਗਹਿਣੇ ਆ। ਠੀਕ ਹੈ, ਚਾਹੇ ਉਹ ਝੁੰਮਰ ਸੂਈ ਦੀ ਗੱਲ ਹੈ, ਚਾਹੇ ਉਹ ਸੱਗੀ ਫੁੱਲ ਦੀ ਹੈ, ਚੌਂਕ ਚੰਦ ਦੀ ਹੈ, ਬੋਰਲੇ ਦੀ ਹੈ, ਬਘਿਆੜੀ ਦੀ ਹੈ, ਤਾਂ ਸਿਰ ਦੇ ਗਹਿਣਿਆਂ ਦੇ ਵਿੱਚ ਆ ਜਾਣਗੇ। ਕੋਕਰੂ, ਝੁਮਕੇ, ਡੰਡਲੀਆਂ, ਰੇਖ, ਮੇਖ, ਨੱਥ, ਮਛਲੀ, ਨੁਕਰਾਂ, ਬੁਜਲੀਆਂ, ਸੋਨ ਚਿੜੀਆਂ, ਇਹ ਤਾਂ ਭਾਈ ਕੰਨਾਂ ਦੇ ਆ, ਇਹ ਵੀ ਕੰਨਾਂ ਦੇ ਆ। ਗੱਲ ਵਿੱਚ ਨੱਕ ਦੇ ਗਹਿਣੇ ਅਤੇ ਕੰਨ ਦੇ ਇਕੱਠੇ ਹੀ ਹੋ ਗਏ,
ਮਤਲਬ ਕਿ ਨੱਕ ਦੇ ਅਤੇ ਕੰਨ ਦੇ ਗਹਿਣੇ ਦੋਨੋਂ ਹੀ ਪਏ ਆ ਇਸ ਦੇ ਵਿੱਚ। ਜੇ ਆਪਾਂ ਮਛਲੀ ਦੀ ਗੱਲ ਕਰਨੀ ਹੋਵੇ, ਨੱਥ ਦੀ ਗੱਲ ਕਰਨੀ ਹੋਵੇ, ਠੀਕ ਹੈ, ਤਾਂ ਆਪਾਂ ਕਹਾਂਗੇ ਇਹਨਾਂ ਆਪਸ਼ਨਾਂ ਦੇ ਵਿੱਚੋਂ ਤਾਂ ਥੋੜ੍ਹੀ ਜਿਹੀ ਗੜਬੜ ਹੋ ਗਈ। ਤਾਂ ਆਪਾਂ ਕੰਨ ਨੱਕ ਦੇ ਦੋਨੋਂ ਹੀ ਗਹਿਣੇ ਸਾਡੇ ਕੋਲ ਦਿੱਤੇ ਹੋਏ ਹੈ, ਤਾਂ ਜੇਕਰ ਇੱਥੇ ਸਲੈਸ਼ ਪਾ ਕੇ ਸਾਡੇ ਕੋਲ ਨੱਕ ਦੇ ਗਹਿਣੇ ਵੀ ਦੇ ਦਈਏ, ਨੱਕ ਦੇ ਗਹਿਣੇ, ਤਾਂ ਬਿਲਕੁਲ ਸਹੀ ਹੈ ਏ ਆਪਸ਼ਨ, ਠੀਕ ਹੈ। ਨੱਕ ਅਤੇ ਕੰਨ ਦੇ ਦੋਨਾਂ ਦੇ ਗਹਿਣੇ ਇਸ ਦੇ ਵਿੱਚ ਪਏ ਆ। ਚਰਖਾ ਕੱਤਦੀਆਂ ਕੁੜੀਆਂ ਦੇ ਲੋਕ ਗੀਤ ਕਿਸ ਵੰਨਗੀ ਵਿੱਚ ਆਉਂਦੇ ਹਨ? ਤੀਆਂ ਦੇ ਗੀਤ, ਬਾਰਾਂਮਾਹ ਦੇ ਗੀਤ, ਛੰਦ ਅਤੇ ਜਾਂ ਫਿਰ ਕਾਰਜਗਤ। ਜਦੋਂ ਵੀ ਸਾਡੇ ਸੱਭਿਆਚਾਰ ਦੇ ਵਿੱਚ ਚਰਖਾ ਕੱਤਦੇ ਸਮੇਂ ਜਾਂ ਊਠ ਲਿਜਾਣ ਦੇ ਸਮੇਂ, ਊਠਾਂ ਵਾਲੇ ਜਦੋਂ ਲੈ ਕੇ ਜਾਂਦੇ ਆ ਊਠਾਂ ਨੂੰ, ਤਾਂ ਉਸ ਸਮੇਂ ਗਾਏ ਜਾਣ ਵਾਲੇ ਜਾਂ ਫਿਰ ਖੂਹਾਂ 'ਤੇ ਜਾਂ ਫਿਰ ਕੰਮ ਕਰਦੇ ਸਮੇਂ ਕੋਈ ਵੀ ਗੀਤ ਗਾਇਆ ਜਾਵੇ ਤਾਂ ਉਸ ਨੂੰ ਅਸੀਂ ਕਾਰਜਗਤ ਗੀਤ ਦੀ ਸ਼੍ਰੇਣੀ ਦੇ ਵਿੱਚ ਰੱਖਦੇ ਹਾਂ। ਵੀ ਕੰਮ ਕਰਦੇ ਸਮੇਂ ਚਰਖਾ ਕੱਤਦੇ, ਠੀਕ ਹੈ, ਇਸ ਤੋਂ ਬਿਨਾਂ ਤਾਣੀਆਂ ਤਨਦੇ, ਇਸ ਤੋਂ ਬਿਨਾਂ ਚਾਦਰਾਂ ਸਰਾਣੇ ਬੁਣਦੇ, ਇਹ ਸਾਰਾ ਕੁਝ ਕਿਸ ਦੇ ਵਿੱਚ ਆਊਗਾ? ਕਾਰਜਗਤ ਗੀਤ ਦੇ ਵਿੱਚ ਆਊਗਾ। ਸੋ ਇਸ ਸਵਾਲ ਦਾ ਸਹੀ ਜਵਾਬ ਸਾਡੇ ਕੋਲੇ ਈਡੀ ਆਪਸ਼ਨ ਬਿਲਕੁਲ ਸਹੀ ਹੈ। ਸੋ ਇਸ ਨੂੰ ਧਿਆਨ ਵਿੱਚ ਰੱਖਿਓ। ਅਗਲਾ ਸਿਰ ਦੇ ਗਹਿਣਿਆਂ ਦੇ ਵਿੱਚ ਆਊਗਾ। ਇਹ ਆਪਾਂ ਕਰ ਲਏ ਕੁਝ ਸਵਾਲ ਇਸ ਦੇ ਵਿੱਚੋਂ, ਇਹ ਵੀ ਕਰ ਲਿਆ ਜੀ। ਅਤੇ ਅੱਗੇ ਆ ਜਾਓ। ਹਾਂ, ਹੈਦਰ ਸ਼ੇਖ ਦਾ ਮੇਲਾ ਲੱਗਦਾ ਹੈ, ਕਿੱਥੇ ਲੱਗਦਾ ਹੈਦਰ ਸ਼ੇਖ ਦਾ ਮੇਲਾ? ਜਗਰਾਵਾਂ ਦੇ ਵਿੱਚ, ਜਰਗ ਦੇ ਵਿੱਚ, ਮਲੇਰਕੋਟਲਾ ਦੇ ਵਿੱਚ, ਮੁਕਤਸਰ ਦੇ ਵਿੱਚ। ਤਾਂ ਅਸੀਂ ਕਹਾਂਗੇ ਮਲੇਰਕੋਟਲੇ ਦੇ ਵਿੱਚ। ਸੀ ਆਪਸ਼ਨ ਬਿਲਕੁਲ ਸਹੀ ਹੈ। ਇਹਨਾਂ ਵਿੱਚੋਂ ਬੱਚਿਆਂ ਦਾ ਗੀਤ ਕਿਹੜਾ ਹੈ? ਥਾਲ, ਝੋਕ, ਸਿੱਠਣੀ, ਹੇਰਾ। ਸਿੱਠਣੀ ਕਾਵਿ ਰੂਪ ਦਾ ਜੇਕਰ ਆਪਾਂ ਸ਼ਬਦੀ ਅਰਥ ਵੇਖਣਾ ਹੋਵੇ ਤਾਂ ਸਿੱਠ ਸ਼ਬਦ ਤੋਂ ਬਣਿਆ ਅਤੇ ਇਸ ਦਾ ਅਰਥ ਹੈ ਮਸ਼ਕਰੀ, ਮਖੌਲ, ਚੌੜ ਕਰਨੀ, ਹਾਸੋਹੀਣੀ ਸ਼ਬਦਾਵਲੀ, ਵਿਅੰਗਮਈ ਸ਼ਬਦਾਵਲੀ ਦਾ ਪ੍ਰਯੋਗ ਇਸ ਦੇ ਵਿੱਚ ਕੀਤਾ ਜਾਂਦਾ ਹੈ। ਹੇਰਾ ਜਿਹੜਾ ਕਾਵਿ ਰੂਪ ਹੈ, ਇਹ ਕਾਵਿ ਰੂਪ ਪਿਆਰ ਗੀਤ ਦੇ ਵੀ ਕਹਿ ਸਕਦੇ ਹਾਂ ਇਸ ਦੇ ਵਿੱਚ, ਪਰ ਇਸ ਦੇ ਵਿੱਚ ਜਿਹੜਾ ਕਹਿ ਲਓ ਇੱਕ ਪਿਆਰ ਦੇ ਗੀਤ ਵੀ ਆਪਾਂ ਇਸ ਨੂੰ ਮੇਨ ਕਹਿ ਸਕਦੇ ਹਾਂ, ਬਟ ਇਹ ਲੰਬੀ ਹੇਕ ਦੇ ਨਾਲ ਗਾਇਆ ਜਾਣ ਵਾਲਾ ਲੋਕ ਗੀਤ ਹੈ। ਸੋ ਇਸ ਨੂੰ ਧਿਆਨ ਦੇ ਵਿੱਚ ਰੱਖਿਓ। ਲੜਕੇ ਦਾ ਵਿਆਹ ਨਾਲ ਸੰਬੰਧਿਤ ਲੋਕ ਕਾਵਿ ਰੂਪ ਕਿਹੜਾ ਹੈ? ਹਾਂ, ਇਹਨਾਂ ਵਿੱਚੋਂ ਬੱਚਿਆਂ ਦਾ ਗੀਤ ਕਿਹੜਾ ਹੈ? ਤਾਂ ਅਸੀਂ ਕਹਾਂਗੇ ਊੜਾ ਆਪਸ਼ਨ ਥਾਲ ਬਿਲਕੁਲ ਸਹੀ ਹੈ। ਲੜਕੇ ਦੇ ਵਿਆਹ ਨਾਲ ਸੰਬੰਧਿਤ ਲੋਕ ਗੀਤ ਕਿਹੜੇ ਹਨ? ਤਾਂ ਲੜਕੇ ਵਾਲੀ ਧਿਰ ਵੱਲੋਂ ਕਿਹੜੇ ਲੋਕ ਗੀਤ ਗਾਏ ਜਾਂਦੇ ਆ? ਘੋੜੀਆਂ ਕਾਵਿ ਰੂਪ ਗਾਇਆ ਜਾਂਦਾ ਹੈ। ਘੋੜੀਆਂ ਦੇ ਵਿੱਚ ਕੀ ਹੁੰਦਾ? ਮੁੰਡੇ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ, ਉਸ ਦੇ ਰੰਗ ਰੂਪ, ਕੱਦ ਕਾਠ, ਪਰਿਵਾਰਕ ਜਿਹੜਾ ਪਰਿਵਾਰ ਹੈ ਉਸ ਦੀ ਸ਼ਲਾਘਾ ਕੀਤੀ ਜਾਂਦੀ ਹੈ। ਤਾਂ ਘੋੜੀਆਂ ਕਾਵਿ ਰੂਪ ਲੜਕੇ ਵਾਲੀ ਧਿਰ ਵਿੱਚ ਗਾਈਆਂ ਜਾਂਦੀਆਂ। ਇਸ ਤੋਂ ਅਗਲਾ ਮਟਰ ਮਾਲਾ, ਹੱਸ ਅਤੇ ਤੰਦੀਰਾ ਗਹਿਣੇ ਹਨ। ਮਟਰ ਮਾਲਾ ਹੱਸ ਸਿਰ ਦੇ ਹੈ, ਬਾਹਾਂ ਦੇ ਹੈ, ਗਰਦਨ ਦੇ ਹੈ, ਪੈਰਾਂ ਦੇ ਹੈ। ਅਤੇ ਇਹਨਾਂ ਦੇ ਵਿੱਚੋਂ ਸਹੀ ਜਵਾਬ ਕੀ ਆਊਗਾ? ਐੜਾ ਆਪਸ਼ਨ, ਗਰਦਨ ਦੇ ਗਹਿਣੇ ਹੈ। ਓਕੇ ਰਿਪੋਰਟ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਘੋੜੀਆਂ ਕਾਵਿ ਰੂਪ ਸਿਰਲੇਖ ਹੇਠ ਸ਼ਬਦ ਕਿਸ ਗੁਰੂ ਵਿਅਕਤੀ ਦੁਆਰਾ ਰਚੇ ਗਏ ਹਨ? ਗੁਰੂ ਰਾਮਦਾਸ ਜੀ ਕਿੰਨਵੇਂ ਪਾਤਸ਼ਾਹ? ਚੌਥੇ। ਗੁਰੂ ਨਾਨਕ ਦੇਵ ਜੀ ਪਹਿਲੇ, ਗੁਰੂ ਅਮਰਦਾਸ ਜੀ ਤੀਜੇ ਅਤੇ ਗੁਰੂ ਅਰਜਨ ਦੇਵ ਜੀ ਪੰਜਵੇਂ। ਤਾਂ ਸਭ ਤੋਂ ਵੱਧ ਲੋਕ ਕਾਵਿ ਰੂਪ ਜੇਕਰ ਲਿਖਦੇ ਹੈ ਤਾਂ ਉਹ ਕਿਹੜੇ ਗੁਰੂ ਲਿਖਦੇ ਆ? ਤਾਂ ਸ਼੍ਰੀ ਗੁਰੂ ਰਾਮਦਾਸ ਜੀ। ਸ਼੍ਰੀ ਗੁਰੂ ਰਾਮਦਾਸ ਜੀ ਸਭ ਤੋਂ ਵੱਧ ਲੋਕ ਕਾਵਿ ਰੂਪਾਂ ਦੀ ਵਰਤੋਂ ਕਰਦੇ ਹੈ ਅਤੇ ਗੁਰੂ ਅਮਰਦਾਸ ਜੀ ਸਮਾਜਿਕ ਬੁਰਾਈਆਂ ਦਾ ਅੰਤ ਕਰਦੇ ਹੈ। ਇਸ ਚੀਜ਼ ਨੂੰ ਧਿਆਨ ਵਿੱਚ ਰੱਖਿਓ, ਠੀਕ ਹੈ। ਤਾਂ ਘੋੜੀਆਂ ਕਾਵਿ ਰੂਪ ਗੁਰੂ ਜੀ ਨੇ ਲਿਖਿਆ, ਕਿਹੜੇ ਗੁਰੂ ਜੀ ਨੇ? ਗੁਰੂ ਰਾਮਦਾਸ ਜੀ ਨੇ। ਗੁਰੂ ਜੀ ਨੇ ਘੋੜੀ ਦਾ ਪ੍ਰਤੀਕ ਕਿਸ ਨੂੰ ਮੰਨਿਆ ਹੈ? ਸਾਧ ਸੰਗਤ ਨੂੰ, ਨਾਮ ਨੂੰ, ਸਰੀਰ ਨੂੰ, ਸੇਵਾ ਨੂੰ। ਤਾਂ ਗੁਰੂ ਜੀ ਨੇ ਘੋੜੀਆਂ ਕਾਵਿ ਰੂਪ ਦੇ ਵਿੱਚ ਘੋੜੀ ਸ਼ਬਦ ਜਿਹੜਾ ਪ੍ਰਤੀਕ ਵਜੋਂ ਵਰਤਿਆ ਸਰੀਰ ਦੇ ਲਈ, ਠੀਕ ਹੈ। ਐਡ ਆਪਸ਼ਨ ਬਿਲਕੁਲ ਸਹੀ ਹੈ। ਅਲਾਹੁਣੀ ਦਾ ਅਸਲ ਅਰਥ ਕੀ ਹੈ? ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਅਲਾਹੁਣੀ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ? ਸੰਸਕ੍ਰਿਤ ਦਾ ਸ਼ਬਦ ਹੈ। ਪੰਜਾਬੀ ਦੇ ਵਿੱਚ ਜੇਕਰ ਆਪਾਂ ਸੰਸਕ੍ਰਿਤ ਦੇ ਵਿੱਚ ਦੇਖਣਾ ਹੋਵੇ ਤਾਂ ਇੱਕ ਵਚਨ ਹੈ, ਪੰਜਾਬੀ ਦੇ ਵਿੱਚ ਇਸ ਨੂੰ ਅਲਾਹੁਣੀਆਂ ਬਹੁਵਚਨੀ ਰੂਪ ਵਜੋਂ ਪ੍ਰਯੋਗ ਕਰ ਲਿਆ ਜਾਂਦਾ ਹੈ। ਅਤੇ ਅਲਾਹੁਣੀਆਂ ਦਾ ਜਿਹੜਾ ਸ਼ਬਦੀ ਅਰਥ ਹੈ ਉਸ ਦਾ ਮਤਲਬ ਕੀ ਹੈ? ਸ਼ਲਾਘਾ, ਉਸਤਤ, ਪ੍ਰਸ਼ੰਸਾ ਕਰਨੀ ਕਿਸੇ ਦੀ। ਤਾਂ ਊੜਾ ਆਪਸ਼ਨ ਮਾਫ ਕਰਨਾ ਬਿਲਕੁਲ ਸਹੀ ਹੈ, ਊੜਾ। ਅਲਾਹੁਣੀ ਜਿਹੜਾ ਕਾਵਿ ਰੂਪ ਹੈ ਇਹ ਦੁੱਖ ਸਮੇਂ ਗਾਇਆ ਜਾਂਦਾ ਹੈ। ਕਿਸੇ ਦੇ ਆਪਾਂ ਕਹਿ ਲਈਏ ਜਦੋਂ ਮੌਤ ਹੁੰਦੀ ਹੈ ਉਸ ਸਮੇਂ ਗਾਇਆ ਜਾਂਦਾ ਹੈ, ਠੀਕ ਹੈ। ਸੋ ਉਸ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਹਾਏ ਹਾਏ ਧੀਏ ਮੋਰਨੀਏ ਤੁਕ ਕਿਸ ਗੀਤ ਰੂਪ ਦੀ ਹੈ? ਸੁਹਾਗ ਹੈ, ਕੀਰਨ ਹੈ, ਅਲਾਹੁਣੀ ਹੈ, ਸੱਦ ਹੈ। ਤਾਂ ਇਹਨਾਂ ਦੇ ਵਿੱਚੋਂ ਹਾਏ ਹਾਏ ਧੀਏ ਮੋਰਨੀਏ ਕਿਸ ਦੇ ਨਾਲ ਸੰਬੰਧਿਤ ਹੈ? ਸੁਹਾਗ ਕਿਹੜੀ ਧਿਰ ਵੱਲੋਂ ਗਾਏ ਜਾਂਦੇ ਹੈ? ਕੁੜੀ ਵਾਲੀ ਧਿਰ ਵੱਲੋਂ। ਪਰ ਇਸ ਦੇ ਵਿੱਚ ਹੁੰਦਾ ਕੀ ਹੈ? ਕੁੜੀ ਦੀ ਇੱਛਾ ਵੀ ਮੈਨੂੰ ਕਿਹੋ ਜਿਹਾ ਵਰ ਚਾਹੀਦਾ ਹੈ।
7 ਦੇ ਵਿੱਚ ਕੀ ਹੁੰਦਾ ਹੈ ਕਿ ਪ੍ਰੇਮਿਕਾ ਆਪਣੇ ਪ੍ਰੇਮੀ ਦੇ ਵਿਯੋਗ ਵਿਛੋੜੇ ਦੇ ਵਿੱਚ ਉਸ ਨੂੰ ਸੱਦਦੀ ਹੈ, ਬੁਲਾਉਂਦੀ ਹੈ। ਕੀਰਨੇ ਵੀ ਮੌਤ ਕਾਵਿ ਰੂਪ ਹੈ, ਪਰ ਇਹ ਜਿਹੜੀਆਂ ਕਾਵਿ ਸਤਰਾਂ ਨੇ ਇਹ ਅਲਾਹੁਣੀ ਕਾਵਿ ਰੂਪ ਦੇ ਨਾਲ ਸੰਬੰਧਿਤ ਹੈ। ਈਡੀ ਆਪਸ਼ਨ ਸਹੀ ਹੈ। ਅੱਗੇ ਆ ਜਾਓ। ਪੰਜਾਬੀ ਵਿੱਚ ਸਭ ਤੋਂ ਜ਼ਿਆਦਾ ਗਾਇਆ ਜਾਣ ਵਾਲਾ ਛੋਟਾ ਲੋਕ ਕਾਵਿ ਰੂਪ ਕਿਹੜਾ ਹੈ? ਸਭ ਤੋਂ ਜ਼ਿਆਦਾ ਗਾਇਆ ਜਾਂਦਾ ਹੈ ਪਲੱਸ ਛੋਟਾ ਕਾਵਿ ਰੂਪ ਹੈ, ਇਹ ਕਿਹੜਾ ਹੈ? ਤਾਂ ਪੰਜਾਬੀ ਦੇ ਵਿੱਚ ਜਦੋਂ ਵੀ ਅਸੀਂ ਕਾਵਿ ਰੂਪਾਂ ਦੀ ਗੱਲ ਕਰਦੇ ਹਾਂ ਤਾਂ ਇਹ ਬੰਦ ਕਾਵਿ ਰੂਪ, ਖੁੱਲ੍ਹੇ ਕਾਵਿ ਰੂਪ ਦੀ ਸ਼੍ਰੇਣੀ ਵਜੋਂ ਵੀ ਜਾਣੇ ਜਾਂਦੇ ਆ। ਠੀਕ ਹੈ, ਜੇਕਰ ਆਪਾਂ ਖੁੱਲ੍ਹੇ ਕਾਵਿ ਰੂਪਾਂ ਦੀ ਗੱਲ ਕਰੀਏ, ਕਿਉਂਕਿ ਸਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਕਾਵਿ ਰੂਪ ਜਿਹੜੇ ਨੇ ਕਿਹੜੇ 2 ਭਾਗਾਂ ਦੇ ਵਿੱਚ ਵੰਡੇ ਜਾਂਦੇ ਆ, ਤਾਂ ਇਹ ਬੰਦ ਕਾਵਿ ਰੂਪ ਅਤੇ ਖੁੱਲ੍ਹੇ ਕਾਵਿ ਰੂਪ, ਇਸ ਨੂੰ ਧਿਆਨ ਵਿੱਚ ਰੱਖਿਓ। ਠੀਕ ਹੈ, ਕਈ ਵਾਰ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ। ਤਾਂ ਇਹ ਪੁੱਛ ਲਿਆ ਜਾਂਦਾ ਸਾਨੂੰ ਇਸ ਤਰ੍ਹਾਂ ਦਾ ਸਵਾਲ। ਪੰਜਾਬੀ ਵਿੱਚ ਸਭ ਤੋਂ ਜ਼ਿਆਦਾ ਗਾਇਆ ਜਾਣ ਵਾਲਾ ਲੋਕ ਕਾਵਿ ਰੂਪ ਛੋਟਾ ਕਾਵਿ ਰੂਪ ਸਾਡੇ ਕੋਲੇ ਟੱਪੇ ਮਿਲਦੇ ਆ। 1 ਮਿੰਟ। ਤਾਂ ਊੜਾ ਆਪਸ਼ਨ ਬਿਲਕੁਲ ਸਹੀ ਹੈ, ਊੜਾ। ਹੁਣ ਜੇਕਰ ਆਪਾਂ ਮਾਹੀਏ ਦੀ ਗੱਲ ਕਰੀਏ ਤਾਂ ਮਾਹੀਆ ਲੋਕ ਕਾਵਿ ਰੂਪ ਟੱਪੇ, ਮਾਹੀਆ, ਜਿੰਦੂਆ ਅਤੇ ਜੁਗਨੀ ਅਤੇ ਛੱਲਾ। ਇਹ ਯਾਦ ਰੱਖਿਓ ਕਿਹੜੇ ਕਿਹੜੇ ਮੈਂ ਬੋਲੇ। ਜੁਗਨੀ, ਠੀਕ ਹੈ, ਟੱਪੇ, ਇਸ ਤੋਂ ਬਿਨਾਂ ਛੱਲਾ। ਇਹ ਕਾਵਿ ਰੂਪ ਆਪਸ ਵਿੱਚ ਰਲਦੇ ਮਿਲਦੇ ਕਾਵਿ ਰੂਪ ਹੈ। ਮਾਹੀਆ, ਜੁਗਨੀ, ਟੱਪੇ, ਛੱਲਾ ਕਾਵਿ ਰੂਪ ਸਾਰੇ ਆਪਸ ਵਿੱਚ ਰਲਦੇ ਮਿਲਦੇ ਕਾਵਿ ਰੂਪ ਹੈ। ਪਰ ਜਿਹੜਾ ਮਾਹੀਆ ਕਾਵਿ ਰੂਪ ਹੈ ਇਹ ਸੰਵਾਦਕੀ ਗੀਤ ਹੈ। ਇਹਦੇ ਵਿੱਚ 2 ਪਾਤਰ ਹੁੰਦੇ ਆ, ਬਾਲੋ ਅਤੇ ਮਾਹੀਆ। ਬਾਲੋ ਜਿਹੜੀ ਹੁੰਦੀ ਆ ਉਹ ਇਸਤਰੀ ਹੁੰਦੀ ਹੈ ਅਤੇ ਮਾਹੀਆ ਜਿਹੜਾ ਹੁੰਦਾ ਉਹ ਮਰਦ ਹੁੰਦਾ। ਇਹਨਾਂ ਦਾ ਆਪਸ ਵਿੱਚ ਹੀ ਬਿਰਤਾਂਤ ਚੱਲਦਾ ਹੁੰਦਾ, ਗੱਲਬਾਤ ਚੱਲਦੀ ਹੁੰਦੀ ਹੈ। ਜਿਵੇਂ ਉਹ ਕਹਿੰਦਾ ਗੱਡੀ ਚੱਲਦੀ ਏ ਤਾਰਾਂ 'ਤੇ, ਅੱਗੇ ਮਾਹੀਆ ਨਿੱਤ ਮਿਲਦਾ, ਹੁਣ ਮਿਲਦਾ ਕਰਾਰਾਂ 'ਤੇ। ਆ ਕੋਠੇ ਉੱਤੇ ਆ ਬਾਲੋ, ਅੱਖੀਆਂ ਤਰਸਦੀਆਂ, ਸਾਨੂੰ ਮੁੱਖੜਾ ਦਿਖਾ ਬਾਲੋ। ਇਹ ਮਾਹੀਏ ਦੇ ਵਿੱਚ ਆਉਂਦਾ। ਇਸੇ ਤਰੀਕੇ ਦੇ ਜੇ ਆਪਾਂ ਟੱਪੇ ਵੇਖਣੇ ਹੋਣ, ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਕਿਹੜਾ ਕਾਵਿ ਰੂਪ ਹੈ ਜਿਹੜਾ 2 ਤੁਕੀ ਹੈ, ਜਾਂ ਟੱਪੇ ਕਿੰਨੇ ਤੁਕੀ ਹੁੰਦੇ ਆ, ਤਾਂ ਅਸੀਂ ਕਹਾਂਗੇ 2 ਤੁਕੀ ਕਾਵਿ ਰੂਪ ਹੈ ਟੱਪੇ। ਅਤੇ ਇਹ ਪੇਪਰ ਦੇ ਵਿੱਚ ਆਇਆ ਸਵਾਲ ਕੁਆਲੀਫਾਈ ਦੇ ਵਿੱਚ। ਜਿਵੇਂ ਅੱਧੀ ਤੇਰੀ ਹਾਂ ਮਲਾਝੇਦਾਰ ਆ, ਅੱਧੀ ਹਾਂ ਗਰੀਬ ਜੱਟ ਦੀ, ਇਸ ਤਰੀਕੇ ਦਾ। ਜਾਂ ਫਿਰ ਆਪਾਂ ਹੋਰ ਦੇਖ ਲੈਂਦੇ ਹਾਂ, ਮੀਂਹ ਵਰਦਾ ਏ ਕਿੱਕਰਾਂ 'ਤੇ, ਇੱਕ ਵਾਰੀ ਮੇਲ ਵੇ ਰੱਬਾ, ਮੁੜ ਕਦੇ ਵੀ ਨਾ ਵਿਛੜਾਂਗੇ, ਇਸ ਤਰੀਕੇ ਦੇ। ਐਵੇਂ ਜੋੜ ਕੇ ਨਾ ਐਵੇਂ ਜੋੜ ਕੇ ਪੁਰਾਣੀ ਮਾਰੀ ਮੈਂ ਕਿਹੜਾ ਮੁੱਕਰੀ ਸੀ। ਇਸ ਤਰੀਕੇ ਦੀਆਂ ਜਿਹੜੀਆਂ ਕਾਵਿ ਸਤਰਾਂ ਨੇ ਉਹ ਕਿਹਦੇ ਵਿੱਚ ਆਉਂਦੀਆਂ? ਟੱਪੇ ਦੇ ਵਿੱਚ ਆਉਂਦੀਆਂ। ਟੱਪੇ 2 ਤੁਕੀ ਹੁੰਦੇ ਆ, ਛੋਟਾ ਕਾਵਿ ਰੂਪ ਹੈ। ਬਿਲਕੁਲ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਹੇਰਾ ਕਾਵਿ ਰੂਪ ਦੀ ਗੱਲ ਕਰ ਰਹੇ ਸੀ ਆਪਾਂ। ਲੰਬੀ ਹੇਕ ਦੇ ਵਿੱਚ ਗਾਇਆ ਜਾਣ ਵਾਲਾ ਪ੍ਰੇਮ ਦੇ ਗੀਤ ਇਸ ਦੇ ਵਿੱਚ ਹੁੰਦੇ ਆ। ਸੋ ਅੱਗੇ ਆ ਜਾਓ। ਟੱਪਾ ਵੰਨਗੀ ਕਿਸ ਵਰਗੀ ਹੈ? ਤਾਂ ਹੁਣੇ ਪਿੱਛੇ ਗੱਲ ਕੀਤੀ ਹੈ ਬੋਲੀ, ਹੇਰਾ, ਛੰਦ। ਤਾਂ ਇਹਨਾਂ ਦੇ ਵਿੱਚੋਂ, ਇਹਨਾਂ ਕਾਵਿ ਰੂਪਾਂ ਦੇ ਵਿੱਚੋਂ ਜਦੋਂ ਸਾਨੂੰ ਟੱਪੇ ਬਾਰੇ ਪੁੱਛਦੇ ਆ ਤਾਂ ਟੱਪਾ ਕਿਹਦੇ ਵਰਗਾ ਕਾਵਿ ਰੂਪ ਲੱਗਦਾ ਹੈ? ਤਾਂ ਅਸੀਂ ਕਹਾਂਗੇ ਇਹ ਕਾਵਿ ਰੂਪ ਮਾਹੀਏ ਵਰਗਾ ਲੱਗਦਾ। ਊੜਾ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਆ ਜਾਓ। ਲਓ ਜੀ, ਅੱਗੇ ਸਾਡੇ ਕੋਲੇ ਹੈ ਕਿ ਮਾਹੀਆ, ਢੋਲਾ, ਲੋਰੀਆਂ ਹਨ। ਕੀ ਹਨ? ਲੋਕ ਕਾਵਿ ਰੂਪ ਹੈ। ਅਸੀਂ ਮਾਹੀਏ ਬਾਰੇ ਦੇਖ ਲਿਆ। ਢੋਲਾ ਕਾਵਿ ਰੂਪ ਦੀ ਜੇਕਰ ਆਪਾਂ ਗੱਲ ਕਰਨੀ ਹੋਵੇ ਤਾਂ ਇਹ ਬਾਰ ਦੇ ਇਲਾਕੇ ਦਾ ਕਾਵਿ ਰੂਪ ਹੈ। ਠੀਕ ਹੈ, ਬਾਰ ਦੇ ਇਲਾਕੇ, ਇਹ ਵੀ ਆਪਾਂ ਦੇਖਾਂਗੇ। ਬਾਰ ਦੇ ਇਲਾਕੇ ਦਾ ਕਾਵਿ ਰੂਪ ਹੈ ਢੋਲਾ। ਅਤੇ ਬਾਰ ਦੇ ਇਲਾਕੇ ਵਿੱਚ ਊਠ 'ਤੇ ਸਵਾਰ ਲੋਕ ਕਈ ਮੀਲ ਤੱਕ ਢੋਲੇ ਗਾਉਂਦੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ। ਢੋਲੇ ਦੀਆਂ ਜਿਹੜੀਆਂ ਆਪਾਂ ਕਹਿ ਲਈਏ ਉਹ ਸਤਰਾਂ ਨੇ ਉਹ ਮੁਹਾਵਰਾ ਸੰਕੇਤਕ ਹੁੰਦੀਆਂ। ਜਿਵੇਂ ਬਾਜ਼ਾਰ ਵਕੇਂਦੀ ਖੰਡ ਵੇ, ਤੂੰ ਮਿਸ਼ਰੀ ਅਤੇ ਮੈਂ ਗੁਲਕੰਦ ਵੇ, ਦੋਵੇਂ ਚੀਜ਼ਾਂ ਮਿੱਠੀਆਂ ਵੇ ਢੋਲਾ। ਮਤਲਬ ਪਿੱਛੇ ਵੇ ਢੋਲਾ, ਇਹਨੂੰ ਮਤਲਬ ਪੂਰੀ ਹੇਕ ਦੇ ਵਿੱਚ ਵੀ ਲਗਾ ਲਿਆ ਜਾਂਦਾ ਸੀ ਕਾਵਿ ਰੂਪ। ਲੋਰੀਆਂ, ਜਿਹੜੀ ਲੋਰੀ ਕਾਵਿ ਰੂਪ ਹੈ ਇਹਦੇ ਵਿੱਚ ਮਾਂ ਦੀ ਮਮਤਾ ਜਿਹੜੀ ਹੈ ਉਹ ਉਜਾਗਰ ਹੁੰਦੀ ਹੈ। ਜਿਵੇਂ ਬੱਚਿਆਂ ਨੂੰ ਸਵਾਉਣ ਵਾਸਤੇ, ਉਹਨਾਂ ਦਾ ਮਨ ਪਰਚਾਵਾ ਕਰਨ ਵਾਸਤੇ ਲੋਰੀਆਂ ਕਾਵਿ ਰੂਪ ਜਿਹੜਾ ਹੈਗਾ ਮਾਂ ਦੁਆਰਾ ਗਾਇਆ ਜਾਂਦਾ ਸੀ। ਜਿਵੇਂ ਕਿ ਆਪਣੇ ਸਮਾਜ ਦੇ ਵਿੱਚ ਪ੍ਰਚਲਿਤ ਇੱਕ ਲੋਰੀ ਦੇਖ ਲੈਂਦੇ ਹਾਂ। ਨੀ ਵੀਰ ਮੇਰਾ ਕਿਉਂ ਰੋਵੇ, ਸੋਨੇ ਦੇ ਕਟੋਰੇ ਵਿੱਚ ਮੂੰਹ ਧੋਵੇ। ਇਸ ਤਰੀਕੇ ਦੇ ਕਾਵਿ ਰੂਪ ਦੇ ਵਿੱਚ ਲੋਰੀਆਂ ਆਉਂਦੀਆਂ। ਠੀਕ ਹੈ, ਸੋ ਅੱਗੇ ਆ ਜਾਓ। ਗਿੱਧੇ ਨਾਲ ਜੁੜਿਆ ਲੋਕ ਕਾਵਿ ਰੂਪ ਹੈ ਹੇਰਾ, ਘੋੜੀਆਂ, ਬੋਲੀਆਂ, ਸੁਹਾਗ। ਤਾਂ ਅਸੀਂ ਕਹਾਂਗੇ ਬੋਲੀਆਂ, ਬਿਲਕੁਲ ਸਹੀ ਹੈ, ਐਡਾ ਆਪਸ਼ਨ। ਅੱਗੇ ਆ ਜਾਓ। ਅੱਲੜ ਬੱਲੜ ਬਾਵੇ ਦਾ ਤੁਕ ਕਿਸ ਲੋਕ ਗੀਤ ਨਾਲ ਸੰਬੰਧਿਤ ਹੈ? ਅੱਲੜ ਬੱਲੜ ਬਾਵੇ ਦਾ
ਤਾਂ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਕਿ ਇਹ ਕਾਵਿ ਸਤਰਾਂ ਕਿਸ ਦੇ ਵਿੱਚੋਂ ਆਈਆਂ ਤਾਂ ਆਪਾਂ ਦੇਖਦੇ ਹਾਂ ਲੋਰੀ ਦੇ ਵਿੱਚੋਂ, ਕਿੱਕਲੀ ਦੇ ਵਿੱਚੋਂ, ਜਾਂ ਫਿਰ ਥਾਲ ਦੇ ਵਿੱਚੋਂ, ਜਾਂ ਫਿਰ ਬਾਲ ਖੇਡ ਹੈ ਅੱਲੜ ਬੱਲੜ ਬਾਵੇ ਦਾ। ਤਾਂ ਇਹ ਕਾਵਿ ਸਤਰਾਂ ਆਪਾਂ ਕਿਹੜੀ ਕਾਵਿ ਸਤਰ ਦੇ ਵਿੱਚੋਂ ਲਈਆਂ? ਪਹਿਲਾਂ ਲੋਰੀ ਵਾਲੇ ਬਾਰੇ ਅਸੀਂ ਦੇਖ ਲਿਆ, ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਇਸ ਤਰੀਕੇ ਦਾ ਜਿਹੜਾ ਕਾਵਿ ਸਤਰ ਆ ਉਹ ਕਿੱਕਲੀ ਦੀ ਹੈ। ਥਾਲ ਦੇ ਵਿੱਚ ਜਿਹੜੀਆਂ ਕਾਵਿ ਸਤਰਾਂ ਨੇ ਉਹ ਵੱਖਰੀਆਂ ਵੱਖਰੀਆਂ ਆ ਜਾਂਦੀਆਂ ਕਈ ਵਾਰ ਤਾਂ, ਜਿਵੇਂ ਕੋਠੇ ਉੱਤੇ ਗੰਨਾ, ਵੀਰਾ ਮੇਰਾ ਲੰਮਾ, ਭਾਬੋ ਮੇਰੀ ਪਤਲੀ, ਨੱਕ ਜਿਹਦੇ ਮਛਲੀ, ਮਛਲੀ ਤੇ ਮੈਂ ਨਹਾਉਣ ਚੱਲੀਆਂ, ਲੂੰਡੇ ਪਿੱਪਲ ਹੇਠ, ਲੂੰਡਾ ਪਿੱਪਲ ਢਹਿ ਪਿਆ, ਮਛਲੀ ਆ ਗਈ ਹੇਠ, ਇਸ ਤਰੀਕੇ ਦਾ ਇਹ ਕਾਵਿ ਸਤਰਾਂ ਕਿਹਦੇ ਵਿੱਚ ਆ ਜਾਂਦੀਆਂ? ਥਾਲ ਦੇ ਵਿੱਚ। ਥਾਲ ਦੇ ਵਿੱਚ ਜਿਹੜਾ ਆਪਾਂ ਕਾਵਿ ਸਤਰ ਹੈ ਜਾਂ ਕਹਿ ਲਓ ਇਹ ਇੱਕ ਬਾਲ ਬੱਚਿਆਂ ਦੀ ਖੇਡ ਹੈ, ਅਤੇ ਬਾਲ ਬੱਚਿਆਂ ਦੀ ਖੇਡ ਦੇ ਵਿੱਚ ਥਾਲ ਗੀਤ ਵੀ ਗਾਏ ਜਾਂਦੇ ਹੈ। ਠੀਕ ਹੈ, ਅਤੇ ਜਦੋਂ ਥਾਲ ਪੂਰਾ ਹੋ ਜਾਂਦਾ ਹੈ ਕਿਸੇ ਦੂਸਰੇ ਦੀ ਵਾਰੀ ਆ ਜਾਂਦੀ ਹੈ, ਤਾਂ ਇਹ ਜਿਹੜੀਆਂ ਸਤਰਾਂ ਨੇ ਇਹ ਥਾਲ ਦੇ ਵਿੱਚੋਂ ਆਈਆਂ। ਅਤੇ ਬਾਲ ਖੇਡ ਹੈ ਜਾਂ ਬੱਚਿਆਂ ਦੀ ਖੇਡ ਹੈ, ਇਸ ਨੂੰ ਧਿਆਨ ਵਿੱਚ ਰੱਖਿਓ। ਅੱਗੇ ਆ ਜਾਓ। ਢੋਲਾ ਲੋਕ ਗੀਤ ਕਿੱਥੋਂ ਦਾ ਹੈ? ਲਾਹੌਰ ਦਾ, ਪਾਕਿਸਤਾਨ ਦਾ, ਤਾਂ ਸਾਂਦਲਵਾਰ ਦਾ। ਮੈਂ ਪਿੱਛੇ ਹੁਣੀ ਗੱਲ ਕਰ ਚੁੱਕੀ ਹਾਂ ਕਿ ਇਹ ਕਿੱਥੋਂ ਦਾ? ਸਾਂਦਲਵਾਰ ਦਾ। ਠੀਕ ਹੈ, ਅੱਗੇ ਆ ਜਾਓ ਅਗਲੇ ਸਵਾਲ 'ਤੇ। ਲੋਕ ਕਹਾਣੀਆਂ ਦਾ ਡੂੰਘਾ ਸੰਬੰਧ ਹੁੰਦਾ ਹੈ। ਲੋਕ ਕਹਾਣੀਆਂ ਦਾ ਅਨੁਭਵ ਦੇ ਨਾਲ, ਤਰਕ ਦੇ ਨਾਲ, ਇਤਿਹਾਸ ਦੇ ਨਾਲ, ਮਿਥਿਹਾਸ ਦੇ ਨਾਲ। ਲੋਕ ਕਹਾਣੀਆਂ ਦਾ ਜਿਹੜਾ ਜ਼ਿਆਦਾ ਸੰਬੰਧ ਹੁੰਦਾ ਹੈ ਉਹ ਇਤਿਹਾਸ ਦੇ ਨਾਲ ਹੈ, ਜਿਵੇਂ ਜਿਉਣਾ ਮੋੜ, ਜੱਗਾ ਜੱਟ ਹੋ ਗਿਆ, ਸੁੱਚਾ ਸੂਰਮਾ ਹੋ ਗਿਆ, ਇਸ ਤਰ੍ਹਾਂ ਦੀਆਂ ਕਹਾਣੀਆਂ। ਲੋਕ ਵਿਸ਼ਵਾਸ ਹੇਠ ਲਿਖਿਆ ਵਿੱਚੋਂ ਕਿਹੜਾ ਨਹੀਂ ਹੈ? ਜਾਦੂ ਟੂਣੇ, ਜੰਤਰ ਮੰਤਰ, ਸ਼ਗਨ ਪਸ਼ਗਨ, ਰੀਤੀ ਰਿਵਾਜ। ਤਾਂ ਇਹਨਾਂ ਦੇ ਵਿੱਚੋਂ ਜੇਕਰ ਲੋਕ ਵਿਸ਼ਵਾਸ ਦੀ ਗੱਲ ਕਰੀਏ ਤਾਂ ਸ਼ਗਨ ਅਪਸ਼ਗਨ ਦੇ ਵਿੱਚ ਨਹੀਂ ਆਊਗਾ ਇਸ ਦੇ ਵਿੱਚ, ਤਾਂ ਈਡੀ ਆਪਸ਼ਨ ਨਹੀਂ ਆਊਗਾ, ਬਾਕੀ ਆਉਣਗੇ। ਲੋਕ ਹੁਨਰ ਨਹੀਂ ਹੈ। ਲੋਕ ਹੁਨਰ, ਲੋਕ ਕਲਾ ਦੇ ਵਿੱਚ ਲੋਕ ਨਾਚ ਆਊਗਾ, ਕਸੀਦਾਕਾਰੀ ਆਊਗੀ, ਲੋਕ ਚਿੱਤਰ ਆਊਗਾ, ਫੋਟੋਗ੍ਰਾਫੀ ਨਹੀਂ ਆਊਗੀ, ਅਤੇ ਡੀ ਆਪਸ਼ਨ ਗਲਤ ਹੈ। ਜਦੋਂ ਤੱਥ ਅਤੇ ਮਿੱਥ ਦੋਨੇ ਰਲ ਜਾਣ, ਜਦੋਂ ਤੱਥ ਅਤੇ ਮਿੱਥ ਦੋਨੇ ਰਲ ਜਾਣ ਤਾਂ ਕੀ ਬਣਦਾ? ਪਰੀ ਕਥਾ ਬਣਦੀ ਹੈ, ਦੰਤ ਕਥਾ ਬਣਦੀ ਹੈ, ਜਨੌਰ ਕਥਾ ਬਣਦੀ ਹੈ, ਜਾਂ ਮਿੱਥ ਕਥਾ ਬਣਦੀ ਹੈ। ਤਾਂ ਦੰਤ ਕਥਾ ਦੇ ਵਿੱਚ ਹੁੰਦਾ ਕੀ ਹੈ ਰਾਜੇ? ਇਤਿਹਾਸ ਪਲੱਸ ਮਿਥਿਹਾਸ ਹੁੰਦਾ ਹੈ। ਕੁਝ ਕੁ ਇਤਿਹਾਸਕ ਜਿਹੜੇ ਤੱਥ ਵੀ ਦੇਖਣ ਨੂੰ ਮਿਲਦੇ ਆ, ਇਸ ਤੋਂ ਬਿਨਾਂ ਮਿੱਥ ਵੀ ਵੇਖਣ ਨੂੰ ਮਿਲਦੀ ਹੈ। ਤਾਂ ਅਸੀਂ ਊੜਾ ਆਪਸ਼ਨ ਇਸ ਦੇ ਵਿੱਚ ਸਹੀ ਲਗਾਵਾਂਗੇ। ਪਰੀ ਕਥਾ ਪਰੀਆਂ ਦੇ ਨਾਲ ਸੰਬੰਧਿਤ ਕਹਾਣੀਆਂ, ਮਿੱਥ ਦੇ ਵਿੱਚ ਮਿਥਿਹਾਸ ਜ਼ਿਆਦਾ ਹੁੰਦਾ, ਅਤੇ ਜਨੌਰ ਕਥਾ ਜਨੌਰਾਂ ਦੇ ਰਾਹੀਂ ਲੋਕਾਂ ਨੂੰ ਕੁਝ ਸ਼ਖਸੀਅਤ ਜਾਂ ਕਹਿ ਲਓ ਸਮਝਾਇਆ ਜਾਂਦਾ। ਠੀਕ ਹੈ, ਦੰਤ ਕਥਾ ਕਿਹੜੀ ਰਚਨਾ ਹੈ? ਹੁੰਦੀ ਹੈ ਇਤਿਹਾਸਕ ਹੁੰਦੀ ਹੈ, ਅਰਧ ਇਤਿਹਾਸਕ ਹੁੰਦੀ ਹੈ, ਪਰਾ ਇਤਿਹਾਸਕ ਹੁੰਦੀ ਹੈ, ਧਾਰਮਿਕ ਹੁੰਦੀ ਹੈ। ਤਾਂ ਇਹ ਜਿਹੜੀ ਅਰਧ ਇਤਿਹਾਸਕ ਰਚਨਾ ਹੁੰਦੀ ਹੈ, ਐਡ ਆਪਸ਼ਨ ਬਿਲਕੁਲ ਸਹੀ ਹੈ। ਲੋਕ ਸ਼ੁਗਲ ਨਹੀਂ। ਲੋਕ ਸ਼ੁਗਲ ਕੌਡੀਆਂ ਦਾ ਤਮਾਸ਼ਾ, ਰੱਸੀ ਟੱਪਣਾ, ਬਾਂਸ ਖੇਲ, ਭੰਡਾਂ ਦਾ ਤਮਾਸ਼ਾ। ਲੋਕ ਸ਼ੁਗਲ ਪੁੱਛਿਆ ਗਿਆ, ਲੋਕ ਸ਼ੁਗਲ ਦੇ ਵਿੱਚ ਕੌਡੀਆਂ ਦਾ ਤਮਾਸ਼ਾ ਵੀ ਆਉਂਦਾ ਹੈ, ਬਾਂਸ ਖੇਲ ਵੀ ਆਉਂਦਾ ਹੈ, ਭੰਡਾਂ ਦਾ ਤਮਾਸ਼ਾ ਵੀ ਹੁੰਦਾ ਹੈ, ਰੱਸੀ ਟੱਪਣਾ ਨਹੀਂ ਆਊਗਾ, ਈਡੀ ਆਪਸ਼ਨ ਗਲਤ ਹੈ। ਠੀਕ ਹੈ, ਪਰੀ ਸ਼ਬਦ ਕਿਸ ਭਾਸ਼ਾ ਦਾ ਸ਼ਬਦ ਹੈ? ਅਰਬੀ ਦਾ, ਸੰਸਕ੍ਰਿਤ ਦਾ, ਫਾਰਸੀ ਦਾ, ਅਪਭ੍ਰੰਸ਼ ਦਾ। ਤਾਂ ਸੰਸਕ੍ਰਿਤ ਅਤੇ ਅਪਭ੍ਰੰਸ਼ ਦਾ ਇੱਥੇ ਗਲਤ ਹੈ। ਪਰੀ ਸ਼ਬਦ ਜਿਹੜਾ ਹੈਗਾ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਅਤੇ ਊੜਾ ਆਪਸ਼ਨ ਬਿਲਕੁਲ ਸਹੀ ਹੈ। ਬੁਝਾਰਤਾਂ ਦਾ ਉਦੇਸ਼ ਨਹੀਂ ਹੈ ਇਹਨਾਂ ਦੇ ਵਿੱਚੋਂ ਕਿਹੜਾ? ਦਿਮਾਗੀ ਕਸਰਤ, ਮਨੋਰੰਜਨ, ਵਕਤ ਟਪਾਉਣਾ, ਗਿਆਨ ਵਿੱਚ ਵਾਧਾ ਕਰਨਾ। ਊੜਾ, ਐੜਾ ਅਤੇ ਸੱਸਾ ਬਿਲਕੁਲ ਸਹੀ ਹੈ। ਬੁਝਾਰਤਾਂ ਦਾ ਮਤਲਬ ਹੈ ਦਿਮਾਗੀ ਕਸਰਤ ਕਰਨਾ, ਗਿਆਨ ਵਿੱਚ ਵਾਧਾ ਕਰਨਾ, ਅਤੇ ਮਨੋਰੰਜਨ ਦਾ ਇੱਕ ਸਾਧਨ ਵੀ ਬਣਦੀਆਂ। ਪਰ ਜਦੋਂ ਅਸੀਂ ਵਕਤ ਟਪਾਉਣ ਦੀ ਗੱਲ ਕਰਦੇ ਹਾਂ ਤਾਂ ਇਹ ਇਸ ਦਾ ਨਹੀਂ ਆਊਗਾ। ਠੀਕ ਹੈ, ਲੋਕ ਧਾਰਾ ਹੁੰਦੀ ਹੈ ਲੋਕ ਸਮੂਹ ਦਾ ਸੁਭਾਅ, ਲੋਕ ਸਮੂਹ ਦਾ ਸੱਭਿਆਚਾਰ, ਲੋਕ ਸਮੂਹ ਦਾ ਗਿਆਨ, ਲੋਕ ਸਮੂਹ ਦੀ ਗਾਇਨ ਕਲਾ। ਲੋਕ ਧਾਰਾ ਕੀ ਹੁੰਦੀ ਹੈ? ਲੋਕ ਧਾਰਾ ਦੇ ਵਿੱਚ ਅਸੀਂ ਪੜ੍ਹਿਆ ਕੀ ਕੁਝ, ਲੋਕ ਗੀਤ ਪੜ੍ਹੇ, ਲੋਕ ਨਾਚ ਪੜ੍ਹੇ, ਲੋਕ ਮੇਲੇ ਤਿਉਹਾਰ। ਠੀਕ ਹੈ, ਇਸ ਬਿਨਾਂ ਲੋਕ ਨਾਚ, ਨਾਟ, ਲੋਕ ਸ਼ੁਗਲ, ਇਹ ਸਾਰਾ ਕੁਝ ਲੋਕ ਸਮੂਹ ਦਾ ਸੁਭਾਅ ਹੈ, ਬਿਲਕੁਲ ਹੈ। ਲੋਕ ਸਮੂਹ ਦਾ ਸੱਭਿਆਚਾਰ ਹੈ, ਸੱਭਿਆਚਾਰ ਦਾ ਇੱਕ ਅੰਗ ਹੈ ਲੋਕ ਧਾਰਾ। ਠੀਕ ਹੈ, ਸੋ ਇਹ ਤਾਂ ਲੋਕ ਸਮੂਹ ਦਾ ਸੱਭਿਆਚਾਰ ਵੀ ਕਹਿ ਸਕਦੇ ਹਾਂ। ਲੋਕ ਸਮੂਹ ਦਾ ਗਿਆਨ ਹੈ, ਬਿਲਕੁਲ ਹੈ। ਲੋਕ ਸਮੂਹ ਦੀ ਗਾਇਨ ਸ਼ੈਲੀ ਹੈ ਜਾਂ ਗਾਇਨ ਕਲਾ, ਬਿਲਕੁਲ ਸਾਰੇ ਹੀ ਸਹੀ ਹੈ। ਇਹ ਸਾਰੇ ਹੀ ਲੋਕ ਧਾਰਾ ਦੇ ਨਾਲ ਸੰਬੰਧਿਤ ਹਨ। ਲੋਕ ਜੀਵਨ ਦੇ ਡੂੰਘੇ ਅਨੁਭਵ ਹੁੰਦੇ ਹੈ,
ਚਰਿੱਤਰ ਦੇ ਵਿੱਚ, ਮਿੱਥ ਦੇ ਵਿੱਚ, ਮਸਲੇ ਦੇ ਵਿੱਚ, ਅਖਾਣ ਦੇ ਵਿੱਚ। ਲੋਕ ਜੀਵਨ ਦੇ ਜਿਹੜੇ ਡੂੰਘੇ ਅਨੁਭਵ ਪਏ ਆ ਉਹ ਅਖਾਣਾਂ ਦੇ ਵਿੱਚ ਪਏ ਆ। ਰੂੜ ਹੋ ਚੁੱਕੇ ਅਨੁਭਵ ਸਾਡੇ ਬਜ਼ੁਰਗ ਜੋ ਸਿੱਖਦੇ ਸੀ ਆਪਣੀਆਂ ਪੀੜ੍ਹੀਆਂ ਤੋਂ ਜਾਂ ਆਪਣੇ ਅਨੁਭਵ ਤੋਂ, ਉਹਨਾਂ ਨੇ ਉਹ ਅਖਾਣ ਰੂਪ ਦੇ ਵਿੱਚ ਸਾਡੇ ਤੱਕ ਪਹੁੰਚੇ ਹੈ। ਠੀਕ ਹੈ। ਅੱਗੇ, ਪੰਜਾਬ ਦੀ ਕਿਸ ਜਾਤੀ ਦਾ ਵਰਣਨ ਅਖਾਣਾਂ ਦੇ ਵਿੱਚ ਬਹੁਤ ਜ਼ਿਆਦਾ ਹੋਇਆ? ਜੱਟ ਜਾਤੀ ਦਾ ਜ਼ਿਕਰ ਜਿਹੜਾ ਸਭ ਤੋਂ ਜ਼ਿਆਦਾ ਹੋਇਆ। ਅੱਗੇ, ਰੂੜ ਹੋ ਚੁੱਕਾ ਮਨੁੱਖੀ ਵਿਵਹਾਰ ਕਹਿਲਾਉਂਦਾ ਹੈ। ਲੋਕ ਸਮੂਹਾਂ ਦਾ ਸੁਭਾਅ, ਪਰੰਪਰਾ, ਲੋਕਮਨ, ਲੋਕਧਾਰਾ। ਰੂੜ ਹੋ ਚੁੱਕਾ ਮਨੁੱਖੀ ਵਿਵਹਾਰ ਕੀ ਬਣ ਜਾਂਦਾ ਹੈ? ਲੋਕਧਾਰਾ ਬਣ ਜਾਂਦਾ ਹੈ। ਦੇਖਦੇ ਆਪਾਂ, ਲੋਕ ਸਮੂਹ ਦਾ ਸੁਭਾਅ ਬਣ ਜਾਂਦਾ ਹੈ, ਜਾਂ ਫਿਰ ਪਰੰਪਰਾ ਬਣ ਜਾਂਦਾ ਹੈ, ਅਤੇ ਜਾਂ ਫਿਰ ਲੋਕਮਨ, ਅਤੇ ਜਾਂ ਲੋਕਧਾਰਾ। ਰੂੜ ਹੋ ਚੁੱਕਾ ਮਨੁੱਖੀ ਵਿਵਹਾਰ ਕੀ ਕਹਾਉਂਦਾ ਹੈ? ਲੋਕ ਸਮੂਹ ਦਾ ਸੁਭਾਅ ਕਹਾਉਂਦਾ ਹੈ। ਤਾਂ ਊੜਾ ਆਪਸ਼ਨ ਬਿਲਕੁਲ ਸਹੀ ਹੈ। ਲੋਕ ਨਾਟ ਦਾ ਸਹੀ ਜੁੱਟ ਕਿਹੜਾ ਰਹੇਗਾ? ਲੋਕ ਨਾਟਕ ਵੀ ਹੈ। ਨੌਟੰਕੀ, ਨਕਲਾਂ, ਬਾਜੀ ਨਹੀਂ ਆਊਗਾ, ਇਹ ਸ਼ੁਗਲਾਂ ਦੇ ਵਿੱਚ ਆ ਜਾਊਗਾ, ਲੋਕ ਸ਼ੁਗਲ ਦੇ ਵਿੱਚ। ਪੁਤਲੀ, ਤਮਾਸ਼ਾ, ਨਟ ਨਾਟਨੀ, ਸਵਾਂਗ, ਲੁਕਣ ਮਿੱਟੀ, ਇਹ ਖੇਡ ਹੈ, ਇਹ ਵੀ ਨਹੀਂ ਆਊਗਾ। ਅਗਲੀ ਆਪਸ਼ਨ ਦੇਖਦੇ ਹਾਂ ਕਿਹੜੀ ਬਣਦੀ ਹੈ ਕਿ ਨਹੀਂ। ਅਗਲੀ ਨਹੀਂ ਹੈ। ਇਸ ਦੇ ਵਿੱਚ ਸਹੀ ਆਪਸ਼ਨ ਜਿਹੜੀ ਹੈ ਐੜਾ ਬਣਦੀ ਹੈ। ਪੁਤਲੀ ਨਾਟਕ ਹੋ ਗਿਆ, ਤਮਾਸ਼ਾ ਹੋ ਗਿਆ, ਨਟ ਨਾਟਨੀ ਹੋ ਗਿਆ, ਸਵਾਂਗ ਹੋ ਗਿਆ, ਇਹ ਲੋਕ ਨਾਟ ਦੇ ਹਿੱਸੇ ਵਿੱਚ ਆਉਂਦੇ ਆ। ਛਟੀ ਦੀ ਰਸਮ ਕਿਸ ਨਾਲ ਸੰਬੰਧਿਤ ਹੈ? ਬੱਚੇ ਦੇ ਜਨਮ ਨਾਲ, ਇਸਤਰੀ ਨਾਲ, ਗਰਭਵਤੀ ਇਸਤਰੀ ਨਾਲ, ਮਾਂ ਨਾਲ। ਛਟੀ ਦੀ ਰਸਮ ਗਰਭ ਦੇ ਧਾਰਨ ਕਰਨ ਤੋਂ 6 ਦਿਨ ਬਾਅਦ ਹੁੰਦੀ ਹੈ। ਪੰਜਵੇਂ ਨਹਾਉਣਾ ਹੁੰਦਾ, ਠੀਕ ਹੈ, ਅਤੇ 6ਵੇਂ ਦਿਨ ਛਟੀ ਦੀ ਰਸਮ ਹੁੰਦੀ ਹੈ। ਅਤੇ ਇਹ ਕਦੋਂ ਹੁੰਦੀ ਹੈ ਬਈ? ਇਹ ਗਰਭਵਤੀ ਇਸਤਰੀ ਦੇ ਨਾਲ ਸੰਬੰਧਿਤ ਹੈ ਜਾਂ ਫਿਰ ਬੱਚੇ ਦੇ ਨਾਲ? ਅਸਲ ਦੇ ਵਿੱਚ ਛਟੀ ਦੀ ਰਸਮ ਦੇ ਵਿੱਚ ਇਹ ਦੇਖਿਆ ਜਾਂਦਾ ਹੈ ਵੀ ਜਿੰਨਾ ਜ਼ਿਆਦਾ ਮਾਂ ਭੋਜਨ ਖਾਊਗੀ, ਬੱਚਾ ਓਨਾ ਜ਼ਿਆਦਾ ਤੰਦਰੁਸਤ ਦੇਖਣ ਨੂੰ ਲੱਗੂਗਾ। ਤਾਂ ਬੱਚੇ ਦੇ ਜਨਮ ਨਾਲ ਸੰਬੰਧਿਤ ਹੁੰਦੀ ਹੈ। ਊੜਾ ਆਪਸ਼ਨ ਬਿਲਕੁਲ ਸਹੀ ਹੈ। ਠੀਕ ਹੈ। ਅੱਗੇ ਆ ਜਾਓ। ਚਿੱਤਰਕਾਰ ਸੋਭਾ ਸਿੰਘ ਦੀ ਆਰਟ ਗੈਲਰੀ ਕਿੱਥੇ ਸਥਿਤ ਹੈ? ਅੰਦਰੇਟਾ ਦੇ ਵਿੱਚ। ਅੰਦਰੇਟਾ। ਸ਼ੀਸ਼ੇ ਦੇ ਗੋਲ ਚਮਕਦਾਰ ਟੁਕੜੇ ਕਿਹੜੀ ਫੁਲਕਾਰੀ ਦੇ ਵਿੱਚ ਸਜਾਏ ਜਾਂਦੇ ਆ? ਨੀਲਕ ਦੇ ਵਿੱਚ। ਨੀਲਕ ਹੁਣ ਇਹ ਸਾਰੀਆਂ ਘੁੰਗਟ ਬਾਗ, ਚੋਪ, ਸੁੱਭਰ, ਨੀਲਕ, ਠੀਕ ਹੈ, ਇਹ ਸਾਰੀਆਂ ਫੁਲਕਾਰੀਆਂ ਦੇ ਕਿਸਮਾਂ ਨੇ। ਜੇ ਚੋਪ ਅਤੇ ਸੁੱਭਰ ਦੀ ਗੱਲ ਕਰੀਏ, ਇਹ ਨਾਨਕਿਆਂ ਵੱਲੋਂ ਦਿੱਤੀ ਜਾਂਦੀ ਹੈ, ਠੀਕ ਹੈ, ਆਪਣੀ ਦੋਹਤੀ ਨੂੰ। ਅਤੇ ਜਾਂ ਤਾਂ ਉਹ ਚੂੜਾ ਪਾਉਣ ਸਮੇਂ ਦਿੰਦੇ ਆ, ਅਤੇ ਜਾਂ ਵੈਸੇ ਤਾਂ ਚੂੜਾ ਪਾਉਣ ਸਮੇਂ ਇਹ ਫੁਲਕਾਰੀ ਦੀ ਰਸਮ ਅਦਾ ਕੀਤੀ ਜਾਂਦੀ ਹੈ ਨਾਨਕਿਆਂ ਵੱਲੋਂ। ਘੁੰਗਟ ਬਾਗ ਜਿਹੜਾ ਘੁੰਡ ਵਾਲਾ ਹਿੱਸਾ, ਸਿਰ ਦਾ ਪੱਲਾ, ਉਹ ਸਾਰਾ ਕੱਢਿਆ ਹੁੰਦਾ ਅਤੇ ਉਸ ਨੂੰ ਅਸੀਂ ਘੁੰਗਟ ਬਾਗ ਕਹਿੰਦੇ ਹਾਂ। ਨੀਲਕ ਨੀਲੇ ਜਾਂ ਕਾਲੇ ਰੰਗ ਦਾ ਖੱਦਰ ਹੁੰਦਾ। ਵੈਸੇ ਵੀ ਫੁਲਕਾਰੀ ਦੇ ਲਈ ਖੱਦਰ ਦਾ ਹੀ ਪ੍ਰਯੋਗ ਕੀਤਾ ਜਾਂਦਾ ਹੈ। ਖੱਦਰ ਦੇ ਉੱਪਰ ਜਿਹੜੇ ਰੇਸ਼ਮੀ ਧਾਗਿਆਂ ਦਾ ਪ੍ਰਯੋਗ ਕਰਕੇ ਉਸ ਦੇ ਵਿੱਚ ਗੋਲ ਸ਼ੀਸ਼ੇ ਜਿਹੜੇ ਜੜੇ ਜਾਂਦੇ ਆ। ਤਾਂ ਨੀਲਕ ਦੇ ਵਿੱਚ ਸੀ ਆਪਸ਼ਨ ਬਿਲਕੁਲ ਸਹੀ ਹੈ। ਫੁਲਕਾਰੀ ਦੀ ਕਢਾਈ ਵਿੱਚ 1-2 ਬੂਟੀਆਂ ਕਾਲੇ ਰੇਸ਼ਮ ਦੇ ਧਾਗੇ ਨਾਲ ਕੱਢੀਆਂ ਜਾਂਦੀਆਂ ਅਤੇ ਉਸ ਨੂੰ ਕੀ ਕਹਿੰਦੇ ਆ? ਜਦੋਂ ਸਾਰੀ ਫੁਲਕਾਰੀ ਅਸਲ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਆਪਾਂ ਫੁਲਕਾਰੀਆਂ ਕੱਢਦੇ ਹੁੰਦੇ ਸੀ ਜਾਂ ਕੱਢਦੀਆਂ ਹੁੰਦੀਆਂ ਸੀ ਬੀਬੀਆਂ, ਤਾਂ ਉਸ ਸਮੇਂ ਆਂਢ ਗੁਆਂਢ ਦੀਆਂ ਬੁੜੀਆਂ ਆ ਕੇ ਦੇਖਣ ਲੱਗ ਜਾਂਦੀਆਂ, ਨਹੀਂ ਭੈਣੇ ਤੂੰ ਕੀ ਕਰਦੀ ਆਂ? ਫੁਲਕਾਰੀ ਕੱਢਦੀ ਆਂ। ਅਤੇ ਉਹ ਫੁਲਕਾਰੀ ਨੂੰ ਨਜ਼ਰ ਤੋਂ ਬਚਾਉਣ ਦੇ ਲਈ ਬੁੜੀਆਂ ਕੀ ਕਰਦੀਆਂ? ਨਜ਼ਰ ਬੂਟੀ ਕੱਢ ਲੈਂਦੀਆਂ ਸੀ, ਕਿਉਂਕਿ ਜਦੋਂ ਫੁਲਕਾਰੀ ਪੂਰੀ ਹੋ ਜਾਂਦੀ ਸੀ ਤਾਂ ਗੇੜਾ ਤਾਂ ਅਗਲਾ ਮਾਰਦਾ ਹੀ ਸੀ, ਜਾਂ ਫਿਰ ਅਗਲਾ ਕਹਿੰਦਾ ਹੁੰਦਾ ਵੀ ਤੂੰ ਫੁਲਕਾਰੀ ਤਿਆਰ ਕਰ ਲਈ, ਦਿਖਾਈ ਸਾਨੂੰ। ਤਾਂ ਇਸ ਤਰੀਕੇ ਦੇ ਨਾਲ ਲਾਸਟ 'ਤੇ ਇੱਕ ਬੂਟੀ ਪਾਈ ਜਾਂਦੀ ਸੀ ਕਾਲੇ ਰੰਗ ਦੀ, ਤਾਂ ਕਿ ਵੀ ਸਾਡੀ ਫੁਲਕਾਰੀ ਨੂੰ ਨਜ਼ਰ ਨਾ ਲੱਗ ਜੇ, ਤਾਂ ਉਸ ਨੂੰ ਨਜ਼ਰ ਬੂਟੀ ਕਹਿੰਦੇ ਸੀ। ਸੀ ਆਪਸ਼ਨ ਬਿਲਕੁਲ ਸਹੀ ਹੈ। ਲੋਕ ਸਾਜ਼ਾਂ ਦਾ ਸਹੀ ਜੁੱਟ ਹੈ ਇਹਨਾਂ ਦੇ ਵਿੱਚੋਂ ਕਿਹੜਾ? ਵੰਜਲੀ, ਛੈਣੇ, ਹਾਰਮੋਨੀਅਮ, ਢੱਡ, ਰਬਾਬ, ਤਬਲਾ, ਬੰਸਰੀ, ਸਾਰੰਗੀ, ਸਤਾਰ, ਖੜਤਾਲ, ਚਿਮਟਾ ਅਤੇ ਤੂੰਬੀ। ਇੱਥੇ ਸਤਾਰ ਸ਼ਬਦ ਆ ਗਿਆ, ਗਲਤ ਹੋ ਗਿਆ, ਇੱਥੇ ਬੰਸਰੀ ਹੋ ਗਿਆ ਹੈ ਨਾ। ਅਲਗੋਜਾ, ਢੋਲਕ, ਤੂੰਬੀ, ਇੱਕ ਤਾਰਾ, ਇੱਥੇ ਹਾਰਮੋਨੀਅਮ ਹੋ ਗਿਆ, ਗਲਤ ਹੋ ਗਿਆ। ਤਾਂ ਇਸਦਾ ਡੀ ਆਪਸ਼ਨ ਬਿਲਕੁਲ ਸਹੀ ਹੈ। ਅਲਗੋਜਾ, ਢੋਲਕ, ਤੂੰਬੀ ਅਤੇ ਇੱਕ ਤਾਰਾ। ਇੱਕ ਤਾਰਾ ਤੂੰਬੀ ਦਾ ਹੀ ਦੂਜਾ ਨਾਮ ਹੈ, ਗੱਲ ਧਿਆਨ ਵਿੱਚ ਰੱਖਿਓ। ਇੱਕ ਤਾਰ ਹੁੰਦੀ ਹੈ, ਇਸ ਕਰਕੇ ਇੱਕ ਤਾਰ ਹੈ। ਡਾਕ ਬੰਗਲਾ ਤੋਂ ਭਾਵ ਹੈ ਸਿਰ ਦਾ ਸ਼ਿੰਗਾਰ ਦਾ ਗਹਿਣਾ, ਬਾਂਹ ਦਾ ਸ਼ਿੰਗਾਰ ਦਾ ਗਹਿਣਾ, ਮੱਥੇ ਦੇ ਸ਼ਿੰਗਾਰ ਦਾ ਗਹਿਣਾ, ਕੰਨ ਦੇ ਸ਼ਿੰਗਾਰ ਦਾ ਗਹਿਣਾ। ਅਤੇ ਡਾਕ ਬੰਗਲਾ ਅਤੇ ਜਿਹੜਾ ਕਿਸ ਦਾ ਗਹਿਣਾ? ਤਾਂ ਅਸੀਂ ਕਹਾਂਗੇ ਸਿਰ ਦਾ ਗਹਿਣਾ। ਬਿਲਕੁਲ ਸਹੀ ਹੈ, ਊੜਾ ਆਪਸ਼ਨ, ਠੀਕ ਹੈ। ਕਿਹੜਾ ਜੁੱਟ ਸਹੀ ਨਹੀਂ ਆ? ਸਹੀ ਨਹੀਂ ਆ ਦੱਸਣਾ। ਤੋਤਾ ਮੈਣਾ, ਪ੍ਰੇਮ ਕਥਾ, ਦੁੱਲਾ ਭੱਟੀ, ਦੰਤ ਕਥਾ। ਬਿਲਕੁਲ ਸਹੀ ਹੈ। ਸ਼ਾਹ ਬਹਿਰਾਮ, ਪਰੀ ਕਥਾ, ਮਿਰਜ਼ਾ ਸਾਹਿਬਾ, ਮਿੱਥ ਕਥਾ। ਅਤੇ ਇਹਨਾਂ ਦੇ ਵਿੱਚੋਂ ਬਿਲਕੁਲ ਸਹੀ ਹੈ, ਦੱਸਣਾ ਕੀ ਸੀ? ਸਹੀ ਨਹੀਂ ਆ।
ਤੋਤਾ ਮੈਣਾ ਜਿਹੜੀ ਹੈਗੀ ਹੈ ਇਹ ਅਸੀਂ ਇਹਨੂੰ ਕਿਹਦੇ ਵਿੱਚ ਰੱਖਦੇ ਹਾਂ, ਪ੍ਰੇਮ ਕਥਾ ਦੇ ਵਿੱਚ। ਓਕੇ, ਤਾਂ ਇਹ ਪ੍ਰੇਮ ਕਥਾ ਦੇ ਵਿੱਚ ਨਹੀਂ ਆਊਗਾ, ਇਹਨੂੰ ਅਸੀਂ ਜਨੌਰ ਕਥਾ ਦੇ ਵਿੱਚ ਰੱਖਦੇ ਹਾਂ, ਤਾਂ ਊੜਾ ਆਪਸ਼ਨ ਗਲਤ ਹੈ। ਲੋਕ ਰੀਤੀ ਰਿਵਾਜਾਂ ਦਾ ਸਹੀ ਜੁੱਟ, ਵਾਰਾਂ, ਫੇਰਾ, ਮੱਥਾ ਚੁੰਮਣਾ, ਪਾਣੀ ਵਾਰਨਾ, ਵਾਂਗ ਫੜਨੀ, ਵਾਰਨਾ, ਸ਼ਿੰਗਾਰਨਾ ਆ ਗਿਆ ਇੱਥੇ, ਨਿਉਂਦਰਾ ਪਾਉਣਾ, ਹਾਰ ਸ਼ਿੰਗਾਰ, ਇਹ ਵੀ ਪਹਿਰਾਵੇ 'ਚ ਆ ਗਿਆ। ਵਾਰਾ ਫੇਰਾ, ਮੱਥਾ ਚੁੰਮਣਾ ਇਹ ਰੀਤੀ ਰਿਵਾਜਾਂ 'ਚ ਨਹੀਂ ਹੈ। ਪਾਣੀ ਵਾਰਨਾ ਅਤੇ ਵਾਂਗ ਫੜਾਈ ਦੀ ਰਸਮ, ਐੜਾ ਆਪਸ਼ਨ ਬਿਲਕੁਲ ਸਹੀ ਹੈ। ਓਕੇ, ਐੜਾ ਬਿਲਕੁਲ ਸਹੀ ਹੈ। ਇਹਨਾਂ ਨੇ ਪੁੱਛਿਆ ਸੀ ਸਹੀ ਜੁੱਟ ਕਿਹੜਾ ਹੈ। ਸੋ ਇਹ ਸਨ ਕੁਝ ਲੋਕ ਸੱਭਿਆਚਾਰ ਦੇ ਨਾਲ ਸੰਬੰਧਿਤ MCQ। ਮੈਨੂੰ ਉਮੀਦ ਇਹੀ ਹੈ ਕਿ ਤੁਹਾਨੂੰ ਇਹ ਸਾਰੇ MCQ ਆਉਂਦੇ ਹੀ ਹੋਣਗੇ, ਪਰ ਜੇਕਰ ਕੋਈ ਗਲਤ ਵੀ ਹੋਇਆ ਤਾਂ ਘਬਰਾਉਣਾ ਨਹੀਂ, ਧਿਆਨ ਦੇ ਨਾਲ ਆਪਾਂ ਸਾਰੇ ਆਪਸ਼ਨਾਂ ਨੂੰ ਦੇਖਣਾ ਅਤੇ ਟਿਕ ਲਗਾਉਣਾ। ਠੀਕ ਹੈ, ਜੇ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ। ਜੇ ਫਿਰ ਵੀ ਕੋਈ ਸਵਾਲ ਨਹੀਂ ਤਾਂ ਵੀ ਪੁੱਛ ਸਕਦੇ ਹੋ, ਕਿਉਂਕਿ ਪੁੱਛਣਾ ਬਹੁਤ ਜ਼ਰੂਰੀ ਹੁੰਦਾ। ਓਕੇ, ਚਲੋ ਜੀ। ਪਰ ਇੱਥੇ ਹੀ ਆਪਾਂ, ਤੁਹਾਨੂੰ ਪਤਾ ਹੈ ਕਿ ਕੁਆਲੀਫਾਈ ਪੇਪਰ ਏ ਦੀ ਜਿਹੜੀ ਕਿਤਾਬ ਹੈ ਉਹ ਆਪਣੀ ਆ ਚੁੱਕੀ ਹੈ। ਜਿਸ ਵੀ ਵਿਦਿਆਰਥੀ ਨੇ ਕੁਆਲੀਫਾਈ ਪੇਪਰ ਏ ਦੇ ਲਈ ਪੂਰੀ ਥਿਊਰੀ ਕਿਤਾਬ ਜਿਹੜੀ ਆਪਣੇ ਕੋਲ ਹੈ ਲੈਣੀ ਹੋਵੇ, ਜਿਸ ਦੇ ਵਿੱਚ ਪੰਜਾਬੀ ਵਿਆਕਰਨ ਪੂਰੇ ਵਿਸਥਾਰ ਦੇ ਵਿੱਚ, ਪੰਜਾਬੀ ਸੱਭਿਆਚਾਰ, ਇਸ ਤੋਂ ਬਿਨਾਂ ਗੁਰਮਤਿ ਕਾਵਿ, ਇਸ ਤੋਂ ਬਿਨਾਂ ਉਰਦੂ ਫਾਰਸੀ ਸ਼ਬਦਾਵਲੀ, ਇਸ ਤੋਂ ਬਿਨਾਂ ਪੁਰਾਤਨ ਸ਼ਬਦਾਵਲੀ, ਇਸ ਤੋਂ ਬਿਨਾਂ ਪੰਜਾਬ ਦੀ ਹੋਰ ਜਾਣਕਾਰੀ, ਅਤੇ ਮਤਲਬ ਕਿ ਮਾਝੀ, ਦੁਆਬੀ, ਮਲਵਈ ਦੇ ਵਿੱਚ ਵਰਤੇ ਜਾਂਦੇ ਸ਼ਬਦਾਂ ਦਾ ਟਕਸਾਲੀ ਰੂਪਾਂਤਰਨ ਕੀ ਬਣਦਾ, ਉਹ ਅਖਾਣ, ਮੁਹਾਵਰੇ, ਪੁੱਛੋ ਹੀ ਨਾ, ਸਭ ਕੁਝ ਤੁਹਾਨੂੰ ਮਿਲੂਗਾ। ਜੇਕਰ ਕਿਸੇ ਨੇ ਕਿਤਾਬ ਲੈਣੀ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਪਰ ਜੇਕਰ ਕਿਸੇ ਨੇ ਕੁਆਲੀਫਾਈ ਪੇਪਰ ਏ ਦੇ ਲਈ ਬਈ ਬੈਚ ਲੈਣਾ ਹੋਵੇ, ਉਹ ਬੈਚ ਵੀ ਲੈ ਸਕਦੇ, ਕਿਉਂਕਿ ਆਪਣੇ ਕੋਲੇ ਲਗਾਤਾਰ ਜਿਹੜੀਆਂ ਕਲਾਸਾਂ ਨੇ ਇਸ ਬੈਚ ਦੇ ਵਿੱਚ ਚੱਲ ਰਹੀਆਂ। ਜੇ ਕਿਸੇ ਨੇ ਇਹ ਬੈਚ ਲੈਣਾ ਹੋਵੇ ਤਾਂ ਲੈ ਸਕਦੇ ਹੋ। ਪਰ ਜੇਕਰ ਤੁਸੀਂ ਲੈਕਚਰਰ ਕੇਡਰ ਜਾਂ ਫਿਰ ਮਾਸਟਰ ਕੇਡਰ ਦੀ ਵੇਟ ਦੇ ਵਿੱਚ ਹੋ ਤਾਂ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜਲਦ ਹੀ ਪੋਸਟਾਂ ਜਿਹੜੀਆਂ ਨੇ ਮਾਸਟਰ ਕੇਡਰ ਅਤੇ ਲੈਕਚਰਰ ਕੇਡਰ ਦੀਆਂ ਆਉਣਗੀਆਂ। ਫਿਰ ਤੁਹਾਡੇ ਕੋਲ ਸਮਾਂ ਬਹੁਤ ਘੱਟ ਰਹਿ ਜਾਣਾ, ਅਤੇ ਇਸ ਕਰਕੇ ਇਸ ਸਮੇਂ ਦੀ ਆਪਾਂ ਜਿਹੜਾ ਲਾਹਾ ਲਈਏ ਅਤੇ ਆਪਣੀ ਤਿਆਰੀ ਜਿਹੜੀ ਹੈਗੀ ਅੱਜ ਤੋਂ ਹੀ ਆਰੰਭ ਕਰ ਦਈਏ। ਤਾਂ ਤੁਹਾਨੂੰ ਪਤਾ ਕਿ ਲੈਕਚਰਰ ਕੇਡਰ ਪੰਜਾਬੀ ਅਤੇ ਮਾਸਟਰ ਕੇਡਰ ਪੰਜਾਬੀ ਦਾ ਜਿਹੜਾ ਬੈਚ ਆ ਉਹ ਚੱਲ ਰਿਹਾ ਸਾਡੇ ਕੋਲੇ, ਅਤੇ ਉਹਨਾਂ ਦੀਆਂ ਕਲਾਸਾਂ ਵੀ ਜਿਹੜੀਆਂ ਆਲਰੇਡੀ ਹੀ ਚੱਲ ਰਹੀਆਂ ਨੇ। ਕਿਸੇ ਵੀ ਵਿਦਿਆਰਥੀ ਨੇ ਲੈਕਚਰਰ ਕੇਡਰ ਪੰਜਾਬੀ ਥਿਊਰੀ ਬੈਚ, ਇਸ ਤੋਂ ਬਿਨਾਂ ਮਾਸਟਰ ਕੇਡਰ ਪੰਜਾਬੀ ਥਿਊਰੀ ਬੈਚ ਲੈਣਾ ਹੋਵੇ ਤਾਂ ਤੁਸੀਂ ਤਾਂ ਵੀ ਸੰਪਰਕ ਕਰ ਸਕਦੇ ਹੋ। ਪਰ ਜੇਕਰ ਤੁਸੀਂ ਸਿਲੇਬਸ ਆਲਰੇਡੀ ਤਿਆਰ ਕਰੀ ਬੈਠੇ ਹੋ, ਸਾਰਾ ਤੁਹਾਨੂੰ ਆਉਂਦਾ ਹੈ, ਪਰ ਟੈਸਟ ਤੁਸੀਂ ਲਾ ਕੇ ਵੇਖਣੇ ਆ, ਤਾਂ ਟੈਸਟ ਬੈਚ ਸਾਡੇ ਕੋਲੇ ਚੱਲ ਰਿਹਾ ਹੈ। ਉਸ ਦੇ ਵਿੱਚ ਆਪਾਂ ਡੇਲੀ ਟੈਸਟ ਅਪਡੇਟ ਕਰਦੇ ਹਾਂ, ਡੇਲੀ ਟੈਸਟ ਪੈਂਦੇ ਆ, ਵਿਆਕਰਨ ਚੱਲੀ ਜਾਂਦਾ, ਇੰਨੇ ਵਿਸਥਾਰ ਦੇ ਵਿੱਚ ਵਿਆਕਰਨ ਪੜ੍ਹਿਆ, ਹੁਣ ਸਾਹਿਤ ਸ਼ੁਰੂ ਹੋ ਜਾਣਾ। ਤਾਂ ਇਸ ਤਰੀਕੇ ਦੇ ਨਾਲ ਆਪਾਂ ਟੈਸਟ ਬੈਚ ਜਿਹੜਾ ਹੈਗਾ ਉਹ ਚੱਲ ਰਿਹਾ ਸਾਡੇ ਕੋਲੇ। ਜੇਕਰ ਉਹ ਲੈਣਾ ਤਾਂ ਵੀ ਸੰਪਰਕ ਕਰ ਸਕਦੇ ਹੋ 9115273257 ਨੰਬਰਾਂ 'ਤੇ। ਅਤੇ ਮੈਨੂੰ ਉਮੀਦ ਇਹੀ ਹੈ ਕਿ ਤੁਸੀਂ ਜਿਹੜਾ ਹੈਗਾ ਇਸ ਕਲਾਸ ਨੂੰ ਇੰਜੋਏ ਕੀਤਾ ਹੋਊ। MCQ ਸੀਰੀਜ਼ ਜਿਹੜੀ ਹੈਗੀ ਹੈ, ਚਾਹੇ ਉਹ ਸੱਭਿਆਚਾਰ ਦੀ ਹੈ, ਚਾਹੇ ਉਹ ਵਿਆਕਰਨ ਦੀ ਹੈ, ਚਾਹੇ ਉਹ ਗੁਰਮਤਿ ਕਾਵਿ ਦੀ ਹੈ, ਮੈਂ ਤੁਹਾਡੇ ਲਈ ਲੈ ਕੇ ਆਉਂਦੀ ਰਿਹਾ ਕਰਾਂਗੀ। ਅਤੇ ਨਵੇਂ ਤੋਂ ਨਵੇਂ ਕੁਐਸਚਨ ਜਿਹੜੇ ਆ ਤੁਹਾਨੂੰ ਇਸ ਚੈਨਲ ਤੋਂ ਦੇਖਣ ਨੂੰ ਮਿਲਣਗੇ। ਤੁਸੀਂ ਕਰਨਾ ਇਸ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤਾਂ ਕਿ ਹਰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਵੇ। ਅੱਜ ਲਈ ਇੰਨਾ ਹੀ, ਧੰਨਵਾਦ, ਸਤਿ ਸ਼੍ਰੀ ਅਕਾਲ।